साहिब जी दोहरा गयो निरपत गज को अर्प चितवत गुरु बिहाल जथा सुशील स्वरूप को करत सराह विशाल गयो निरपत गज को अर्प। वाहिगुरु जी का खालसा वाहिगुरु जी की फतेह। परम सन्मान जोग चबर छत्र तख्त दे मालक गुरुता गद्दी दे तख्त दे सुभाएमान प्रगट प्रतख हरि गुरु नानक देव महाराज दा स्वरूप शब्दा अवतार कलयुग के जहाज धन धन आद श्री गुरु ग्रंथ साहिब महाराज जी की परम पवित्र हजूरी दे अंदर नावें पातशाह शहीद सतगुरु धन धन श्री गुरु तेग बहादुर साहिब महाराज जी दे महान भजन बंदगी अस्थान तप अस्थान गुरुद्वारा श्री भोरा साहिब जी पातशाही नौवीं विखे सजे हुए दीवाना दे अंदर हाजरियां भर के दर्शन दीदारे करके महाराज साहिब जी दीयां बख्शिशां प्राप्त कर रहे खुशियां ਅਤੇ ਲਾਹਾ ਪ੍ਰਾਪਤ ਕਰਨ ਹਿਤ ਜੋਦਰੀਆਂ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਾਹਿਬਾਂ ਨੇ ਸਾਨੂੰ ਬਹੁਤ ਹੀ ਲਾਹੇ ਵਾਲਾ ਸਮਾਂ ਬਖਸ਼ਿਆ ਹੈ ਜੋ ਆਪਣੇ ਦਰਬਾਰਾਂ ਦੀ ਯਾਤਰਾ ਸੇਵਾ ਕਥਾ ਕੀਰਤਨ ਦੀ ਹਾਜ਼ਰੀ ਇਹਦੇ ਵਿੱਚ ਸਮਾਂ ਬਤੀਤ ਕਰਨ ਦੇ ਲਈ ਬਖਸ਼ਿਸ਼ ਕੀਤੀ ਹੈ। ਸੰਧਿਆ ਦੇ ਸਮੇਂ ਦੇ ਦੀਵਾਨ ਸਜੇ ਨੇ ਕੀਰਤਨ ਅੰਮ੍ਰਿਤਮਈ ਬਾਣੀ ਦਾ ਹੋਇਆ ਹੈ ਗੁਰੂ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੈ ਨਿਤਾ ਪ੍ਰਤੀ ਗੁਰੂ ਘਰ ਦੀ ਮਰਿਆਦਾ ਅਨੁਸਾਰ ਜਿਸ ਵਿੱਚ ਸਾਹਿਬੇ ਕਮਾਲ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੀ ਕਥਾ ਆਪਾਂ ਸੁਣਾ ਰਹੇ ਹਾਂ। ਕੱਲ ਆਪ ਜੀ ਨੇ ਪ੍ਰਸੰਗ ਤੋਂ ਤਿਕਰ ਸਰਵਣ ਕੀਤੇ ਨੇ ਵੀ ਅਸਾਮ ਇਲਾਕੇ ਦੇ ਵਿੱਚੋਂ ਰਾਜਾ ਰਤਨ ਰਾਏ ਜੋ ਭੇਟਾਵਾਂ ਲੈ ਕੇ ਅਨੰਦਪੁਰ ਸਾਹਿਬ ਆਇਆ ਹੈ ਗਰੀਬ ਨਵਾਜ਼ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਹੋਏ ਤੋਂ ਦੀਵਾਨ ਸਜਾ ਲਿਆ ਰਾਜੇ ਨੂੰ ਸੱਦ ਲਿਆ ਕੋਲ ਵੀ ਕੱਲ ਕਹਿੰਦਾ ਸੀ ਵੀ ਬੜੀਆਂ ਕੀਮਤੀ ਵਸਤੂਆਂ ਨੇ ਅੱਜ ਦੱਸ ਇਹਨਾਂ ਦੀ ਕੀ ਕੀਮਤ ਕੀ ਗੁਣ ਹੈ। ਸਭ ਤੋਂ ਪਹਿਲਾਂ ਚੌਂਕੀ ਜਿਹੜੀ ਚੰਦਨ ਦੀ ਬਣੀ ਉਹ ਪਰਖੀ ਕਲਾ ਨੱਪੀ ਤੋਂ 4 ਪੁਤਲੀਆਂ ਨਿਕਲ ਕੇ ਚੌਪੜ ਦੀ ਖੇਡ ਆਪਣੇ ਆਪ ਹੀ ਖੇਡਣ ਲੱਗ ਪਈਆਂ। ਫਿਰ ਉਹ ਲਾਂਬੇ ਕਰਤੀ ਵੇਖ ਕੇ ਮਹਾਰਾਜ ਨੇ ਸਤਿਗੁਰੂ ਗਰੀਬ ਨਵਾਜ ਨੇ ਫਿਰ ਘੋੜੇ ਮੰਗਾਏ। ਘੋੜੇ ਬਲੀ ਸਨ ਬੜੇ ਚੰਚਲ ਹਿਰਨ ਵਾਂਗੂ ਛਾਲਾਂ ਮਾਰਦੇ ਉੱਡਦੇ ਜਾਂਦੇ ਹਵਾ ਨਾਲ ਗੱਲਾਂ ਕਰਦੇ। ਉਹ 5 ਘੋੜੇ ਤੱਕੇ ਵੀ ਚੰਗੇ ਵਧੀਆ ਜੰਗੀ ਯੋਧੇ ਇਹ ਘੋੜੇ ਹਨ। ਫਿਰ 5 ਕਲਾ ਸ਼ਸਤਰ ਪਰਖਿਆ ਮਹਾਰਾਜ ਨੇ। ਇੱਕ ਕਲਾ ਦੱਬੀ ਪਹਿਲਾਂ ਪਿਸਤੌਲ ਬਣਾਇਆ ਗੋਲੀ ਚਲਾ ਕੇ ਵੇਖੀ ਵੀ ਇਹ ਜੰਗ 'ਚ ਕੰਮ ਆਊਗਾ। ਫਿਰ ਮਹਾਰਾਜ ਨੇ ਦੂਜੀ ਕਲਾ ਨੱਪੀ ਦੇ ਵਰਸ਼ੀ ਬਣ ਗਏ। ਵਰਸ਼ਾ ਵੇਖ ਕੇ ਤੇ ਸਾਹਮਣੇ ਨੂੰ ਕਰਕੇ ਵੇਖਿਆ ਵੀ ਇਹ ਵੈਰੀ ਦੀ ਛਾਤੀ ਦੇ ਵਿੱਚ ਜਾਊਗਾ। ਦੂਜੀ ਕਲਾ ਉਸ ਸ਼ਸਤਰ ਦੀ ਨੱਪੀ ਬਟਨ ਦੱਬਿਆ ਤੇ ਉਹ ਸ਼ਸਤਰ ਵਰਸ਼ੀ ਤੋਂ ਤਿੱਖੀ ਕਿਰਪਾਨ ਦੇ ਰੂਪ ਵਿੱਚ ਬਣ ਗਿਆ। ਉਹਦਾ ਮੁੱਠਾ ਫੜ ਕੇ ਮਹਾਰਾਜ ਨੇ ਗਤਕੇ ਦੇ ਹਿਸਾਬ ਨਾਲ ਸੱਜੇ ਖੱਬੇ ਫੇਰਿਆ ਪਰਖਿਆ ਹੱਥਾਂ 'ਚ ਤੋਲਿਆ ਵੀ ਜਦੋਂ ਵੈਰੀ ਲਾਗੇ ਆਊਗਾ ਚੀਰ ਕੇ ਉਹਨੂੰ ਪਾਰ ਕਰ ਜੂਗੇ। ਫਿਰ ਕਲਾ ਦੱਬੀ ਮਹਾਰਾਜ ਸਾਹਿਬ ਜੀ ਨੇ ਤਾਂ ਉਹ ਜਮਧਾਰ ਕਟਾਰ ਬਣ ਗਈ ਬੜੀ ਤਿੱਖੀ ਨੋਕ ਵਾਲੀ ਵੀ ਜੇ ਬਿਲਕੁਲ ਉੱਤੇ ਹੀ ਕੋਈ ਚੜ੍ਹ ਆਊਗਾ ਉਹਦੇ ਢਿੱਡ ਦੇ ਵਿੱਚ ਖੁਭਾ ਕੇ ਪੇੜ ਪਾੜ ਦਿਆਂਗੇ। ਫਿਰ 5ਵੀਂ ਵਾਲਾ ਕਲਾ ਦੱਬੀ ਤਾਂ ਇੱਕ
ਸਾਧ ਸੰਗਤ ਮੁੱਠੇ ਵਾਲਾ ਗੁਰਜ ਉਹਦਾ ਬਣ ਗਿਆ, ਤੇ ਜਿੱਥੇ ਹੱਥ ਰੱਖਿਆ ਹੋਵੇ ਉੱਥੇ ਵੈਰੀ ਦਾ ਵਾਰ ਵੀ ਨਾ ਵੱਜ ਸਕੇ, ਉਤੋਂ ਢੱਕਿਆ ਹੈ। ਤੇ ਜਿਹਦੇ ਸਿਰ ਵਿੱਚ ਗੁਰਜ ਵੱਜੇ ਉਹ ਪਾਣੀ ਵੀ ਨਾ ਮੰਗ ਸਕੇ। ਇਸ ਤਰ੍ਹਾਂ ਦਾ ਸੋਹਣਾ ਗੁਰਜ ਬਣਿਆ। ਮਹਾਰਾਜ ਜਿਹੜੇ ਸ਼ਸਤਰਾਂ ਨਾਲ ਪਿਆਰ ਕਰਦੇ, ਜਦੋਂ ਪੰਜ ਕਲਾ ਸ਼ਸਤਰ ਦੇ ਦਰਸ਼ਨ ਕੀਤੇ ਕਲਗੀਧਰ ਮਹਾਰਾਜ ਬਹੁਤ ਹੀ ਖੁਸ਼ ਹੋਏ। ਬਹੁਤ ਰਾਜੇ ਤੇ ਪ੍ਰਸੰਨਤਾ ਕੀਤੀ ਵੀ ਆ ਬਹੁਤ ਭਲਾ ਕੀਤਾ ਹੈ। ਫਿਰ ਗਰੀਬ ਨਿਵਾਸ ਸਤਿਗੁਰਾਂ ਨੇ ਹਾਥੀ ਮੰਗਾਇਆ ਵੀ ਇਹਦੇ ਗੁਣ ਕੀ ਹੈ। ਨੇੜੇ ਲਿਆਂਦਾ ਦਾਸਾਂ ਨੇ ਤਾਂ ਆਵਾਜ਼ ਮਾਰੀ ਤਾਂ ਸਤਿਗੁਰਾਂ ਦੇ ਕੋਲ ਆ ਗਿਆ। ਸੁੰਡ ਦੇ ਨਾਲ ਗੁਰੂ ਮਹਾਰਾਜ ਦੇ ਸਰੀਰ ਨੂੰ ਛੂਹਣ ਲੱਗ ਪਿਆ। ਸਤਿਗੁਰਾਂ ਆਪਣਾ ਹੱਥ ਫੇਰਿਆ, ਕੁਝ ਮਿਠਾਸ ਦੇ ਬਚਨ ਕਹੇ, ਧੀਰਜ ਵਿੱਚ ਆ ਗਿਆ। ਪਹਿਲਾਂ ਥੋੜ੍ਹਾ ਡਰਿਆ ਸੀ ਉੱਪਰੇ ਥਾਂ ਕਰਕੇ, ਉਸੇ ਵੇਲੇ ਧੀਰਜ ਵਿੱਚ ਆ ਗਿਆ। ਜਿੱਥੇ ਗੁਰੂ ਕਲਗੀਧਰ ਮਹਾਰਾਜ ਦਾ ਜੋੜਾ ਪਿਆ, ਆਪਣੀ ਸੁੰਡ ਨਾਲ ਜਾ ਕੇ ਜੋੜਾ ਝਾੜ ਕੇ ਤੇ ਫਿਰ ਸਵਾਰ ਬਣਾ ਕੇ ਰੱਖ ਦਿੱਤਾ। ਗੁਰਾਂ ਨੇ ਤੀਰ ਚਲਾਏ ਤਾਂ ਤੀਰ ਇਕੱਠੇ ਕਰਕੇ ਲੈ ਕੇ ਗੁਰਾਂ ਕੋ ਆ ਗਿਆ। ਇਹਨੂੰ ਜੇ ਸੁੰਡ ਦੇ ਵਿੱਚ ਉਹ ਗਾਗਰ ਜੀ ਗੜਵਾ ਫੜਾਇਆ, ਕਹਿ ਲਓ ਪਾਣੀ ਦਾ ਭਰ ਕੇ, ਜਿਵੇਂ ਸੇਵਕ ਚਰਨ ਧੋਂਦੇ ਵੇ ਮਹਾਰਾਜ ਦੇ ਚਰਨ ਧੋਤੇ। ਕੱਪੜਾ ਫੜਾਇਆ ਤਾਂ ਚਰਨ ਮਹਾਰਾਜ ਦੇ ਗੁਰੂ ਕਲਗੀਧਰ ਸਾਹਿਬ ਦੇ ਸਾਫ਼ ਕਰਨ ਲੱਗਾ, ਪੂੰਝਣ ਲੱਗ ਪਿਆ। ਫਿਰ ਮਹਾਰਾਜ ਦੇ ਮਗਰ ਖਿਲਾਰ ਕੇ ਚੌਰ ਸਾਹਿਬ ਇਹਦੀ ਸੁੰਡ ਦੇ ਵਿੱਚ ਪਕੜਾਇਆ ਤਾਂ ਜਿਵੇਂ ਬਹੁਤ ਕੋਈ ਸਿਆਣਾ ਚੌਰ ਫੇਰਦਾ, ਇਵੇਂ ਉਹ ਹਾਥੀ ਮਹਾਰਾਜ ਸਾਹਿਬ ਜੀ ਦੇ ਸੀਸ 'ਤੇ ਚੌਰ ਕਰਨ ਲੱਗ ਪਿਆ। ਹੋਰ ਵੀ ਕਈ ਇਸ ਤਰ੍ਹਾਂ ਦੇ ਗੁਣ ਵੇਖੇ। ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ ਵੀ ਇਹ ਹਾਥੀ ਸਾਰਿਆਂ ਨੂੰ ਖੁਸ਼ੀ ਦਿੰਦਾ ਹੈ। ਵੇਖ ਵੇਖ ਸੰਗਤ ਖੁਸ਼ ਹੋ ਰਹੀ ਹੈ, ਸਾਨੂੰ ਇਹਨੇ ਖੁਸ਼ੀ ਦਿੱਤੀ। ਇਹਦਾ ਨਾਮ ਹੀ ਅੱਜ ਤੋਂ ਪ੍ਰਸਾਦੀ ਹਾਥੀ ਹੈ, ਭਾਵ ਕਿ ਖੁਸ਼ੀਆਂ ਦੇ ਦੇਣ ਵਾਲਾ ਹੈ। ਤੇ ਰਤਨ ਰਾਏ ਨੇ ਵੀ ਦੱਸਿਆ ਵੀ ਮਹਾਰਾਜ ਜੇ ਇਹਨੂੰ ਮਸ਼ਾਲ ਬਾਲ ਕੇ ਅੱਗ ਦੇ ਨਾਲ ਫੜਾ ਦਈਏ ਤਾਂ ਅੱਗੇ ਅੱਗੇ ਚਾਨਣ ਕਰਦਾ, ਰਾਹ ਵੀ ਵਿਖਾਉਂਦਾ। ਜੇ ਰਾਤ ਦੇ ਸਮੇਂ ਚਾਨਣ ਕਰਨਾ ਹੋਵੇ ਤਾਂ ਇਹਦੀ ਸੁੰਡ ਵਿੱਚ ਮਸਾਲ ਫੜਾ ਕੇ ਭਾਵੇਂ ਜਿੰਨਾ ਚਿਰ ਮਰਜ਼ੀ ਖੜਾਈ ਰੱਖੋ, ਉੱਥੇ ਖਲੋਤਾ ਰਹਿੰਦਾ ਹੈ, ਮਾਲਕ ਦੀ ਮਰਜ਼ੀ ਬਗੈਰ ਨਹੀਂ ਹਿੱਲਦਾ। ਇਤਿਆਦਿਕ ਬਖਸ਼ਿਸ਼ਾਂ ਇਹਦੇ ਗੁਣ ਵੇਖ ਕੇ, ਪੜ੍ਹਾਈ ਵੇਖ ਕੇ ਮਹਾਰਾਜ ਖੁਸ਼ ਹੋਏ। ਰਾਜੇ ਰਤਨ ਰਾਏ ਨੂੰ ਮਹਾਰਾਜ ਸਾਹਿਬ ਨੇ ਬਹੁਤ ਪਿਆਰ ਦਿੱਤਾ। ਇੱਥੇ ਹੀ ਰਿਹਾ ਕਈ ਮਹੀਨੇ, ਸ਼ਿਕਾਰ ਵੀ ਖੇਡਣ ਜਾਂਦਾ ਰਿਹਾ। ਕੁਝ ਦਿਨ ਪ੍ਰਸਾਦੀ ਹਾਥੀ ਬੱਝਾ ਵੀ ਰਿਹਾ। ਮਹਾਰਾਜ ਨੇ ਕਿਹਾ ਵੀ ਇਹ ਇੰਨਾ ਖੁਸ਼ੀਆਂ ਦਿੰਦਾ, ਇਹਨੂੰ ਬੰਨਣਾ ਕਾਤੋਂ, ਇਹਨੂੰ ਖੁੱਲ੍ਹਾ ਹੀ ਛੱਡ ਦਿਓ। ਕੁਝ ਦਿਨ ਸੇਵਕ ਨਾਲ ਰਹੋ, ਆਨੰਦਪੁਰ ਜਿੱਥੇ ਜਿੱਥੇ ਜਾਂਦਾ ਹੈ ਉਹ ਅੰਦਰ ਅੰਦਰ ਰੱਖੋ, ਬਾਹਰ ਨਾ ਜਾਵੇ। ਜਦੋਂ ਗਿੱਝ ਜਾਊਗਾ ਫਿਰ ਤੁਰ ਕੇ ਆਪਣੇ ਟਿਕਾਣੇ 'ਤੇ ਡੇਰੇ 'ਤੇ ਆ ਜਾ ਕਰੂਗਾ, ਫਿਰ ਤੁਸੀਂ ਵੀ ਪਿੱਛੋਂ ਹਟ ਜਾਇਓ। ਇਵੇਂ ਕੀਤਾ। ਗਿੱਝ ਗਿਆ ਪ੍ਰਸਾਦੀ ਹਾਥੀ, ਬਾਜ਼ਾਰ 'ਚ ਬੜੇ ਗੇੜੇ ਮਾਰਦਾ। ਪਹਿਲੇ 1-2 ਦਿਨ ਤੇ ਬਾਣੀਆਂ ਨੇ ਲੱਡੂ ਬੜੇ ਖਵਾਏ ਇਹਨੂੰ, ਫਿਰ ਗਿੱਝ ਗਿਆ, ਫਿਰ ਮੁੜ ਮੁੜ ਕੇ ਜਾਵੇ, ਫਿਰ ਖਾਵੇ। ਉਹ ਰੋਕਦੇ, ਹੁਣ ਹਟਦਾ ਕਿੱਥੇ ਹੈ। ਜਿਹੜਾ ਰੋਕਦਾ ਸੁੰਡ ਜੀ ਮਾਰ ਕੇ ਉਹਦਾ ਥਾਲ ਜਿਹਾ ਵੱਡਾ ਹਲਵਾਈਆਂ ਦੇ ਜਿਵੇਂ ਹੁੰਦੇ ਉਹ ਖਲਾਰਾ ਪਾ ਦਿੰਦਾ। ਫਿਰ ਉਹ ਖਿਲਰੇ ਹੋਏ ਸਾਰੇ ਖਾ ਖੂ ਕੇ ਆ ਜਾਂਦਾ। ਜਿਹੜਾ ਕੋਈ ਖਾਣ ਪੀਣ ਵਾਲਾ ਅੰਨ ਹੈ ਉਹ ਵੀ ਖਾ ਜਾਂਦਾ। ਇੱਕ ਦਿਨ ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਇਹ ਤੁਹਾਡਾ ਹਾਥੀ ਬਹੁਤ ਵਿਗਾੜ ਕਰਦਾ, ਇੱਕ ਰਾਂ ਨਹੀਂ ਦਿਨ 'ਚ ਕਈ ਰਾਂ ਆਉਂਦਾ, ਜੇ ਇਹਨੂੰ ਰੋਕੀਏ ਤਾਂ ਕਹਿੰਦਿਆਂ ਰੋਕਦਿਆਂ ਸਭ ਸੌਦਾ ਖਿਲਾਰ ਦਿੰਦਾ ਹੈ, ਅਤੇ ਡਰਦੇ ਤੁਹਾਡੇ ਤੋਂ ਡੰਡਾ ਨਹੀਂ ਮਾਰਦੇ। ਕਲਗੀਧਰ ਮਹਾਰਾਜ ਸਾਹਿਬ ਕਹਿਣ ਲੱਗੇ ਮਸੰਦਾਂ ਨੂੰ ਵੀ ਇਉਂ ਕਰੋ ਵੀ ਹਾਥੀ ਤਾਂ ਖੁੱਲ੍ਹਾ ਹੀ ਰਹੂਗਾ, ਪਰ ਜਿੰਨਾ ਇਹਨਾਂ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਨਾ ਉਹ ਗੁਰੂ ਕੇ ਖਜ਼ਾਨੇ 'ਚੋਂ ਪੂਰਾ ਕਰੋ। ਰੋਜ਼ ਹੀ ਸੰਧਿਆ ਦੇ ਸਮੇਂ ਜਦੋਂ ਦੁਕਾਨ ਵਧਾਉਣ ਦਾ ਬੰਦ ਕਰਨ ਦਾ ਸਮਾਂ ਹੋਵੇ, ਮਸੰਦਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਵੀ ਤੁਸੀਂ ਇਕੱਲੇ ਇਕੱਲੇ ਨੂੰ ਪੁੱਛਣਾ ਵੀ ਤੇਰਾ ਕਿੰਨਾ ਨੁਕਸਾਨ ਹਾਥੀ ਕੀਤਾ, ਅਤੇ ਉਹਦਾ ਓਨਾ ਹੀ ਭਰਪਾਈ ਜਿਹੜੀ ਸਰਕਾਰ, ਸੱਚੀ ਸਰਕਾਰ ਦੇ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ 'ਚੋਂ ਕਰਨੀ। ਇਹ ਸੁਣ ਕੇ ਉਹ ਬੜੇ ਖੁਸ਼ ਹੋਏ। ਕੱਛਾ ਮਾਰਦੇ ਗਿਆ ਤੇ ਗੱਲ ਬਣ ਗਈ ਵੀ ਕਈ ਵਾਰਾਂ ਦਾ ਵਿਕਦਾ ਹੀ ਕੁਝ ਨਹੀਂ, ਚੰਗਾ ਆ ਕੇ ਖਲਾਰਾ ਪਾਊਗਾ ਤੇ ਗੁਰੂ ਘਰੋਂ ਪੈਸੇ ਤਾਂ ਮਿਲਣਗੇ। ਸੋ ਇਸ ਤਰ੍ਹਾਂ ਇਹ ਕੌਤਕ ਕੀਤੇ ਕੁਝ ਦਿਨ। ਸਾਰੀ ਸੰਗਤ ਆਨੰਦ ਵਿੱਚ ਹੈ। ਨਵੀਂ ਸੰਗਤ ਜਦੋਂ ਆਉਂਦੀ ਹੈ ਵੇਖ ਵੇਖ ਹਾਥੀ ਦੇ ਗੁਣ ਖੁਸ਼ ਹੁੰਦੀ। ਕਦੀ ਮਹਾਰਾਜ ਸਾਹਿਬ ਦਾ ਗੜਵਈ ਬਣਿਆ ਹੁੰਦਾ, ਕਦੀ ਚੌਰਬਰਦਾਰ ਬਣਿਆ ਹੁੰਦਾ। ਸਾਰੇ ਬੜੇ ਪ੍ਰਸੰਨ ਹੁੰਦੇ ਨੇ ਵੇਖ ਕਰਕੇ। ਅਖੀਰ ਰਾਜੇ ਨੇ ਆਗਿਆ ਮੰਗੀ, ਮਹਾਰਾਜ ਮੈਂ ਜਾਣਾ ਹੈ ਵਾਪਸ। ਸਤਿਗੁਰੂ ਕਹਿੰਦੇ ਵੀ ਠਹਿਰ ਜਾ,
ਕਰਦਿਆਂ ਕਈ ਦਿਨ ਲੰਘ ਗਏ। ਅਖੀਰ ਕਹਿੰਦਾ ਸਾਹਿਬ ਜੀ ਜਾਣਾ ਹੀ ਪਵੇਗਾ, ਸਤਿਗੁਰਾਂ ਸਰੂਪਾ ਦਿੱਤਾ ਹੈ। ਮਹਾਰਾਜ ਤੋਂ ਵਿਦਿਆ ਹੋਣ ਲੱਗਾ। ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਇਹਨੂੰ ਚਰਨ ਧੋ ਕੇ ਇਹਦੇ ਮੰਤਰੀਆਂ ਸਮੇਤ ਚਰਨ ਪੌਲ ਦੇ ਕੇ ਸਿੱਖ ਬਣਾ ਲਿਆ। ਇਹ ਵੀ ਦੱਸਿਆ ਵੀ ਪਿਛਲੇ ਜਨਮ 'ਚ ਵੀ ਤੂੰ ਸਾਡਾ ਸਿੱਖ ਹੀ ਸੀ, ਉਦੋਂ ਤੇਰੀ ਇੱਛਾ ਸੀ ਵੀ ਮੈਨੂੰ ਰਾਜ ਮਿਲੇ, ਹੁਣ ਰਾਜ ਮਿਲ ਗਿਆ, ਹੁਣ ਤੂੰ ਇੱਛਾ ਕੀਤੀ ਮੁਕਤ ਹੋ ਜਾ, ਹੁਣ ਤੈਨੂੰ ਮੁਕਤੀ ਮਿਲੇਗੀ। ਮੰਤਰੀਆਂ ਨੇ ਸਿਪਾਹੀਆਂ ਵੀ ਚਰਨ ਪੌਲ ਚਰਣਾ ਅੰਮ੍ਰਿਤ ਛਕਿਆ। ਵਾਹਿਗੁਰੂ ਮੰਤਰ ਸਭ ਨੂੰ ਮਹਾਰਾਜ ਦਸਮ ਪਾਤਸ਼ਾਹ ਨੇ ਦ੍ਰਿੜ ਕਰਾਇਆ। ਵਿਦਿਆ ਹੋ ਕੇ ਜਾਣ ਲੱਗਾ, ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ ਤਾਂ ਬਹੁਤ ਵਿਰਾਗ ਆਇਆ। ਚਰਨ ਧੋ ਤੇ ਅੱਖਾਂ ਦੇ ਪਾਣੀ ਨਾਲ ਹੌਸਲਾ ਦਿੱਤਾ ਪਾਤਸ਼ਾਹ ਨੇ। ਮਸਾਂ ਕਰਦਿਆਂ ਫਿਰ ਵਿਦਿਆ ਹੋਇਆ। ਗੁਰੂ ਸਾਹਿਬ ਦਾ ਜਸ ਕਰਦਾ ਇਹ ਵਾਪਸ ਆਪਣੇ ਅਸਾਮ ਦੇਸ਼ ਨੂੰ ਗਿਆ ਹੈ। ਇੱਥੋਂ ਤੀਕਰ ਆਪਾਂ ਕਥਾ ਕੱਲ੍ਹ ਸੁਣੀ ਹੈ। ਇਹ ਤੋਂ ਅੱਗੇ ਜਿਵੇਂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਪ੍ਰਸੰਗ ਆ ਰਹੇ ਨੇ। ਸਤਿਗੁਰੂ ਸਾਹਿਬ ਦੀ ਫੌਜ ਨਿਤ ਵੱਧ ਰਹੀ ਹੈ। ਜਿਵੇਂ ਸਿੱਖਾਂ ਨੂੰ ਮਹਾਰਾਜ ਸ਼ਸਤਰ ਤੇ ਘੋੜੇ ਬਖਸ਼ਦੇ ਹਨ, ਰਣਜੀਤ ਨਗਾਰਾ ਤਿਆਰ ਕਰਦੇ ਆ, ਮਸੰਦ ਮਾਤਾ ਜੀ ਨੂੰ ਜਾ ਕੇ ਚੁੱਕਣਾ ਦਿੰਦੇ ਆ। ਇਹ ਕਥਾ ਆਪਾਂ ਅੱਜ ਸਰਵਣ ਕਰਾਂਗੇ। ਆਓ ਕਲਗੀਧਰ ਮਹਾਰਾਜ ਚੋਜੀ ਪ੍ਰੀਤਮ ਦੇ ਪਾਵਨ ਵੀਰ ਰਸੀ ਸਰੂਪ ਨੂੰ ਆਪਣੇ ਦਿਲ 'ਚ ਵਸਾਓ। ਜਦੋਂ ਕਲਗੀਧਰ ਮਹਾਰਾਜ ਦੀ ਕਥਾ ਸੁਣਨੀ ਤਾਂ ਜਿਵੇਂ ਐਨ ਤਿਆਰ ਪਰ ਤਿਆਰ ਕਲਗੀ ਲੱਗੀ ਹੈ, ਜਿਗਾ ਚਮਕ ਰਹੀ ਹੈ, ਭੱਥਾ ਮੋਢੇ ਤੇ ਹੈ, ਤੀਰ ਕਮਾਨ ਹੱਥ ਵਿੱਚ ਹੈ, ਕਮਰ ਕੱਸਾ ਹੈ, ਸ੍ਰੀ ਸਾਹਿਬ ਪਾਈ ਹੈ, ਕਟਾਰ ਪਾਈ ਹੈ, ਪਿਸਤੌਲ ਮਹਾਰਾਜ ਸਾਹਿਬ ਦੇ ਕਮਰ ਕੱਸੇ ਦੇ ਵਿੱਚ ਹੈ, ਹੋਰ ਸ਼ਸਤਰ ਨੇ, ਐਨ ਤਿਆਰ ਪੁਰ ਤਿਆਰ ਸੱਜੇ ਨੇ। ਇਹ ਸਰੂਪ ਦਿਲ 'ਚ ਵਸਾਓ ਤੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗਇਓ ਨਿਰਪਤ ਗਜ ਕੋ ਅਰਪ। ਧੰਨ ਗੁਰੂ ਕਲਗੀਧਰ ਮਹਾਰਾਜ ਨੂੰ ਬਖਸ਼ਿਸ਼ਾਂ, ਗੁਰੂ ਕਲਗੀਧਰ ਦੀਆਂ ਬਖਸ਼ਿਸ਼ਾਂ ਲੈ ਕੇ ਰਾਜਾ ਰਤਨ ਰਾਏ ਹਾਥੀ ਅਰਪ ਕੇ ਹੋਰ ਭਟਾਵਾਂ ਗੁਰੂ ਕਲਗੀਧਰ ਸਾਹਿਬ ਜੀ ਨੂੰ ਅਰਪਣ ਕਰਕੇ ਚਲਾ ਗਿਆ ਆਪਣੇ ਦੇਸ਼। ਚਿਤਵਤ ਗੁਰੂ ਬਿਹਾਲ। ਤੇ ਜਦੋਂ ਰਾਹ ਵਿੱਚ ਜਾਂਦਿਆਂ ਗੁਰਾਂ ਦਾ ਚੇਤਾ ਆਉਂਦਾ ਤੇ ਪ੍ਰੇਮ ਵਿੱਚ ਬੜਾ ਬਿਹਾਲ ਬੇਹਬਲ ਹੋ ਜਾਂਦਾ ਹੈ। ਅੱਖਾਂ 'ਚੋਂ ਪਾਣੀ ਆਉਣ ਲੱਗ ਪੈਂਦਾ ਵੀ ਕਾਹਦਾ ਇਹ ਜੀਵਨ ਹੈ ਵੀ ਗੁਰੂ ਨਾਲੋਂ ਵਿਛੜ ਕੇ ਵਾਪਸ ਜਾਣਾ ਪੈ ਰਿਹਾ ਹੈ। ਮਹਾਰਾਜ ਦਾ ਸਰੂਪ ਵੇਖ ਕੇ ਸਤਿਗੁਰਾਂ ਦੇ ਬਚਨ ਕੰਨੀ ਪੈਂਦੇ ਨੇ। ਸਤਿਗੁਰਾਂ ਦੇ ਸਰੂਪ ਨੂੰ ਅੱਖਾਂ ਸਾਹਮਣੇ ਵੇਖਦਾ ਤੇ ਬੇਹਬਲ ਹੁੰਦਾ, ਬੜਾ ਪ੍ਰੇਮ ਵਿੱਚ ਵਿਆਕਲ ਹੁੰਦਾ ਹੈ। ਜਥਾ ਸੁਸ਼ੀਲ ਸਰੂਪ ਕੋ। ਜਿਵੇਂ ਧੰਨ ਗੁਰੂ ਕਲਗੀਧਰ ਮਹਾਰਾਜ ਦਾ ਬੜਾ ਹੀ ਸੁਸ਼ੀਲ, ਬੜਾ ਹੀ ਪ੍ਰੇਮ ਵਾਲਾ, ਬਹੁਤ ਹੀ ਮਿਲਨਸਾਰ ਸੁਭਾਅ ਹੈ। ਬੋਲ ਬਚਨ ਹਰ ਇੱਕ ਨਾਲ ਪਿਆਰ ਦੇ ਕਰਦੇ ਨੇ। ਰਾਜਾ ਆਵੇ ਉਹਨੂੰ ਵੀ ਉਹਨੇ ਪਿਆਰ ਨਾਲ ਬੁਲਾਉਂਦੇ ਨੇ। ਕੋਈ ਬਿਲਕੁਲ ਗਰੀਬ ਸਿੱਖ ਆਵੇ ਉਹਨੂੰ ਵੀ ਉੱਦਾਂ ਹੀ ਪਿਆਰ ਕਰਦੇ ਨੇ। ਇਹ ਮਹਾਰਾਜ ਦਾ ਸੀਲ ਸੁਭਾਅ ਚੇਤੇ ਕਰਦਾ ਹੈ ਰਾਜਾ। ਕਰਤ ਸਰਾਹ ਵਿਸ਼ਾਲ। ਆਪਣੇ ਮੰਤਰੀਆਂ ਨਾਲ, ਵਜ਼ੀਰਾਂ ਦੇ ਨਾਲ ਗੁਰੂ ਕਲਗੀਧਰ ਦੀਆਂ ਬਾਤਾਂ ਕਰਦਿਆਂ ਬੜੀ ਸ਼ਲਾਘਾ ਕਰਦਾ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੇਅੰਤੀ ਗੁਣਾਂ ਦੇ ਮਾਲਕ ਹਨ। ਚੌਪਈ ਪੁਰੀ ਆਨੰਦ ਬਿਲੰਦ। ਆਨੰਦਪੁਰ ਸਾਹਿਬ ਵਿੱਚ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਸ ਰਹੇ ਨੇ ਤੇ ਆਨੰਦਪੁਰ ਦੇ ਵਿੱਚ ਬਹੁਤਾ ਹੀ ਵੱਡਾ ਆਨੰਦ ਬਣ ਰਿਹਾ ਹੈ। ਕਰਤ ਪ੍ਰਕਾਸ਼ਨ ਗੁਰੂ ਮੁਕੰਦ। ਗੁਰੂ ਜੋ ਮੁਕਤੀ ਦਾਤੇ ਨੇ ਆਨੰਦ ਨੂੰ ਪ੍ਰਕਾਸ਼ ਰਹੇ ਨੇ। ਭਾਵ ਆਨੰਦਪੁਰੀ ਦੇ ਵਿੱਚ ਜੋ ਆਉਂਦਾ ਉਹਨੂੰ ਸਹਿਬ ਆਨੰਦ ਦੇ ਰਹੇ, ਬਖਸ਼ ਰਹੇ ਹਨ। ਚਲੀ ਆਏ ਜਹ ਕਹਿ ਕੀ ਸੰਗਤ। ਜਿੱਥੋਂ ਕਿੱਥੋਂ ਚੌਹਾਂ ਦਿਸ਼ਾਵਾਂ ਤੋਂ ਸਿੱਖ ਸੰਗਤਾਂ ਨੇਤੀ ਲਗਾਤਾਰ ਗੁਰਦਰਸ਼ਨਾਂ ਨੂੰ ਚੱਲੀਆਂ ਤੁਰੀਆਂ ਹੁੰਦੀਆਂ ਹਨ। ਨੇਤਨ ਵੀਨ ਗਨ ਬੈਠੇ ਪੰਗਤ। ਨੇਤੀ ਕਹਿੰਦੇ ਨਵੀਂ ਸੰਗਤ ਬਹੁਤ ਗਿਣਤੀ 'ਚ ਪੰਗਤ ਮਹਾਰਾਜ ਦੇ ਸਾਹਮਣੇ ਸੰਗਤ ਵਿੱਚ ਬੈਠ ਜਾਂਦੀ ਦਰਸ਼ਨ ਕਰਨ ਹਿਤ। ਆਏ ਅਕੋਰਨ ਕੇ ਅੰਬਾਰ। ਤਾਂ ਫਿਰ ਜਿੰਨੀ ਸੰਗਤ ਨਵੀਂ ਆਉਂਦੀ ਹੈ ਭਟਾਵਾਂ ਵੀ ਨਵੀਆਂ ਆਉਂਦੀਆਂ ਨੇ। ਉੱਥੇ ਜਿਵੇਂ
ਢੇਰ ਲੱਗਾ ਹੁੰਦਾ ਹੈ ਕਿਸੇ ਪਦਾਰਥ ਦਾ, ਐਵੇਂ ਪ੍ਰੇਮ ਭੇਟਾ ਦੇ ਢੇਰ ਲੱਗ ਜਾਂਦੇ ਵਸਤੂਆਂ ਦੇ ਗੁਰਾਂ ਦੇ ਹਜ਼ੂਰ। ਦੇਸ਼ ਦੇਸ਼ ਕੇ ਤੁਰੰਗ ਉਦਾਰ, ਦੂਰ ਦੂਰ ਦੇਸ਼ਾਂ ਤੋਂ ਬੜੇ ਉਦਾਰ ਬਹੁਤ ਹੀ ਤਗੜੇ ਬਲੀ ਘੋੜੇ ਲੈ ਕੇ ਆਉਂਦੇ ਨੇ ਕਈ ਸਿੱਖ ਕਲਗੀਧਰ ਮਹਾਰਾਜ ਦੀ ਖੁਸ਼ੀ ਲੈਣ ਵਾਸਤੇ। ਆਏ ਹੁਕਮ ਗੁਰ ਕੋ ਗਨ ਦਾਸ, ਮਹਾਰਾਜ ਦਾ ਹੁਕਮ ਪਾ ਕੇ ਜਿਹੜੇ ਸਤਿਗੁਰਾਂ ਦੇ ਦਾਸ ਨੇ ਮਹਾਰਾਜ ਦੇ ਘਰ ਦੇ ਵਿੱਚ ਤਬੇਲੇ ਦੇ ਜਿਹੜੇ ਸੇਵਾਦਾਰ ਹਨ, ਰਹਿਣ ਲੱਗੇ ਹਰ ਖਤ ਹੋਏ ਪਾਸ। ਅਤੇ ਹੋਰ ਵੀ ਜਿਹੜੇ ਸੇਵਕ ਨੇ ਮਹਾਰਾਜ ਸਾਹਿਬ ਕਹਿੰਦੇ ਵੀ ਜੇ ਹੈ ਸਮਾਂ ਦਾ ਰਹੋ ਆਨੰਦਪੁਰ। ਉਹ ਗੁਰਾਂ ਦਾ ਬਚਨ ਮੰਨ ਕੇ ਤੇ ਬਹੁਤ ਹੀ ਸਿੱਖ ਸੇਵਕ ਆਨੰਦਪੁਰ ਸਾਹਿਬ ਦੇ ਵਿੱਚ ਹੀ ਨਿਵਾਸ ਰੱਖਣ ਲੱਗ ਪਏ। ਸ਼ਸਤਰ ਗਹਿ ਅਭਿਆਸ ਕਮਾਵੈ, ਮਹਾਰਾਜ ਕਲਗੀਧਰ ਸਾਹਿਬ ਦੇ ਕੋਲੋਂ ਸ਼ਸਤਰ ਲੈ ਕੇ ਹੱਥ ਵਿੱਚ ਪਕੜਦੇ ਨੇ ਤੇ ਅਭਿਆਸ ਕਰਦੇ ਹਨ, ਪ੍ਰੈਕਟਿਸ ਕਰਦੇ ਹਨ। ਸ਼ਸਤਰ ਚਲਾਉਣ ਦਾ ਵੱਲ ਸਿੱਖਦੇ ਨੇ, ਵਾਰ ਕਰਨਾ ਕਿਵੇਂ ਆ, ਸੰਭਾਲਣਾ ਕਿਵੇਂ ਆ, ਸਾਹਮਣੇ ਵਾਲੇ ਦਾ ਵਾਰ ਉਹ ਕਿਵੇਂ ਮੌਕਾ ਵੇਖ ਕੇ ਆਪਣਾ ਵਾਰ ਕਰਨਾ ਹੈ, ਇਹ ਚੰਗੀ ਤਰ੍ਹਾਂ ਅਭਿਆਸ ਕਮਾਉਂਦੇ ਹਨ। ਤੀਰ ਤੁਪਕ ਤਲਵਾਰ ਚਲਾਵੈ, ਕਲਗੀਧਰ ਮਹਾਰਾਜ ਸਾਹਿਬ ਦੀ ਆਗਿਆ ਨਾਲ ਕਦੀ ਤੀਰ ਚਲਾਉਂਦੇ ਨੇ, ਕਦੀ ਫਿਰ ਹੱਥ ਵਿੱਚ ਬੰਦੂਕ ਫੜ ਲੈਂਦੇ ਨੇ, ਗੋਲੀਆਂ ਚਲਾ ਕੇ ਨਿਸ਼ਾਨਾ ਲਾਉਂਦੇ ਨੇ, ਕਦੀ ਗਾਤਰੇ ਚੋਂ ਕਿਰਪਾਨ ਸ੍ਰੀ ਸਾਹਿਬ ਕੱਢ ਕੇ ਤੇ ਪੜੇ ਬਾਜੇ ਦੀ ਗਤਕੀ ਵਿਦਿਆ ਦੀ ਢਾਲ ਕਿਰਪਾਨ ਦੀ ਵਿਦਿਆ ਦਾ ਅਭਿਆਸ ਕਮਾਉਂਦੇ ਹਨ। ਸਭ ਜਾਤਨ ਕੇ ਬਨਹਿ ਸਿਪਾਹੀ, ਫਿਰ ਗੁਰੂ ਕਲਗੀਧਰ ਮਹਾਰਾਜ ਦੀ ਫੌਜ ਵਿੱਚ ਸਭ ਜਾਤਾਂ ਦੇ ਆ ਕੇ ਸੂਰਮੇ ਭਰਤੀ ਹੁੰਦੇ ਆ। ਗਰੀਬ ਨਵਾਜ ਸਾਰਿਆਂ ਨੂੰ ਆਪਣੇ ਸਿਪਾਹੀ ਆਪਣੇ ਫੌਜੀ ਬਣਾਉਂਦੇ ਨੇ, ਕਿਸੇ ਨਾ ਕੋਈ ਜਾਤ ਦਾ ਵਿਤਕਰਾ ਨਹੀਂ। ਵਧਹਿ ਵੀਰ ਰਸ ਬਹੁ ਔਰ ਮਾਹੀ, ਅਤੇ ਜਿਹੜਾ ਵੀ ਸੂਰਮਾ ਗੁਰੂ ਕਲਗੀਧਰ ਦੇ ਦਲ ਵਿੱਚ ਭਰਤੀ ਹੋ ਜਾਂਦਾ, ਭਾਵੇਂ ਉਹ ਕਿੱਡਾ ਵੀ ਕਾਇਰ ਤੋਂ ਕਾਇਰ ਹੋਵੇ, ਗੁਰੂ ਮਹਾਰਾਜ ਦੇ ਕੋਲ ਆਉਂਦੇ ਉਹਦੇ ਅੰਦਰ ਵੀਰ ਰਸ ਵੱਧ ਜਾਂਦਾ। ਸਤਿਗੁਰੂ ਮਹਾਰਾਜ ਦੇ ਕੋਲ ਆਉਂਦੇ ਹੀ ਉਹਦੀ ਆਵਾਜ਼ ਹੀ ਬਦਲ ਜਾਂਦੀ ਹੈ, ਉਹਦਾ ਜਿਹੜਾ ਚਿਹਰਾ ਹੈ, ਉਹਦੀ ਨਿਹਾਰ ਹੈ, ਉਹਦੇ ਸਰੂਪ ਦੀ ਜੁਰਤ ਹੀ ਬਦਲ ਜਾਂਦੀ ਹੈ। ਕੇਤਕ ਕਰਹਿ ਨੌਕਰੀ ਆਏ, ਕਈ ਤਾਂ ਨੌਕਰੀ ਵਾਸਤੇ ਵੀ ਆਉਂਦੇ ਨੇ ਵੀ ਚਲੋ ਗੁਰੂ ਘਰ ਦੇ ਵਿੱਚ ਨੌਕਰੀ ਕਰਾਂਗੇ ਨਾਲੇ ਘਰ ਦਾ ਗੁਜ਼ਾਰਾ ਚੱਲੇਗਾ। ਲੇਹਿ ਰੁਜ਼ੀਨਾ ਧਨ ਗਨ ਪਾਏ, ਉਹ ਰੋਜ਼ੀਨਾ ਤਨਖਾਹ ਲੈਂਦੇ ਨੇ ਮਹਾਰਾਜ ਸਾਹਿਬ ਦੇ ਕੋਲੋਂ, ਧਨ ਲੈਂਦੇ ਨੇ ਗੁਜ਼ਾਰੇ ਜੋਗਾ। ਭਾਈ ਫੌਜ ਗੁਰ ਸੰਗ ਹਜ਼ਾਰ, ਐਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਭਾਰੀ ਦਲ ਬਲ ਇਕੱਠਾ ਹੋ ਗਿਆ, ਬਹੁਤ ਸੂਰਮਿਆਂ ਦੀ ਫੌਜ ਇਕੱਤਰ ਹੋ ਗਈ। ਕਹੇ ਜੈਕਾਰਾ ਦਰਸ਼ਨ ਨਿਹਾਰੈ, ਤੇ ਜਦੋਂ ਸਿੱਖ ਆਉਂਦੇ ਨੇ ਨਾ ਮਹਾਰਾਜ ਸਾਹਿਬ ਦੇ ਦਰਬਾਰ ਵਿੱਚ ਤੇ ਆਉਂਦੇ ਆ, ਕਹਿੰਦੇ ਜਕਾਰੇ ਬੁਲਾਵੇ ਫਤਿਹ ਪਾਵੇ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ। ਐਵੇਂ ਜਕਾਰੇ ਛੱਡਦੇ ਹੋਏ ਗੁਰੂ ਕਲਗੀਧਰ ਮਹਾਰਾਜ ਦੀ ਜੈ ਜੈਕਾਰ ਕਰਦੇ ਦਰਬਾਰ ਵਿੱਚ ਜਦੋਂ ਆਉਂਦੇ ਪਹੁੰਚਦੇ ਹਨ। ਬਖਸ਼ਿਸ਼ ਬਖਸ਼ਹਿ ਗੁਰ ਸਮੁਦਾਇਆ, ਤੇ ਜਿਹੜਾ ਵੀ ਗੁਰੂ ਕਾ ਸੂਰਮਾ ਹੁੰਦਾ ਸਮੂਹ ਤੇ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਬਖਸ਼ਿਸ਼ਾਂ ਕਰਦੇ, ਬਖਸ਼ਿਸ਼ਾਂ ਦਿੰਦੇ ਸਮੂਹ ਗੁਰਸਿੱਖਾਂ ਨੂੰ। ਆਪਣੋ ਜਾਨ ਕਰਹਿ ਬਹੁ ਦਾਇਆ, ਆਪਣੇ ਜਾਣ ਕੇ ਵੀ ਇਹ ਸਾਡੇ ਆਪਣੇ ਹਨ, ਬਹੁਤੀ ਦਇਆ ਕਰਦੇ, ਬਹੁਤੀ ਮਿਹਰਬਾਨਗੀ ਕਰਦੇ ਹਨ ਗੁਰੂ ਕਲਗੀਧਰ। ਤੀਖਨ ਸ਼ਸਤਰਨ ਕੋ ਗਹਿ ਬਾਵੈ, ਚੰਗੇ ਚੰਗੇ ਸ਼ਸਤਰ ਨੇਤੀ ਚੜ੍ਹਦੇ ਨੇ। ਜਿਹੜਾ ਸਿੱਖ ਬੈਠਾ ਹੋਵੇ ਨਿਗਾਹ ਪੈਂਦੀ, ਹਾਂ ਵੀ ਸ਼ਸਤਰ ਚਾਹੀਦਾ, ਹਾਂ ਮਹਾਰਾਜ। ਉਹ ਚੰਗੇ ਚੰਗੇ ਸ਼ਸਤਰ ਫਿਰ ਸਿੰਘਾਂ ਨੂੰ ਵੰਡਦੇ ਆ, ਕਹਿੰਦੇ ਗਾਤਰੇ ਪਾ ਕੇ ਆਉਣਾ ਹਰ ਸਮੇਂ, ਕਮਰ ਕੱਸੇ 'ਚ ਸ਼ਸਤਰ ਰੱਖਣਾ ਹਰ ਵੇਲੇ। ਐਵੇਂ ਗਰੀਬ ਨਵਾਜ਼ ਸਤਿਗੁਰੂ ਸ਼ਸਤਰ ਦਿੰਦੇ, ਤਿੱਖੇ ਤਿੱਖੇ ਸਿੱਖਾਂ ਨੂੰ ਫੜਾਉਂਦੇ ਤੇ ਨਾਲੇ ਹੁਕਮ ਕਰਦੇ ਆ ਇਹ ਤੁਹਾਡੇ ਕਮਰ ਕੱਸੇ ਵੇਖਣਾ ਹੈ। ਕਮਰ ਕੱਸੇ ਤੋਂ ਭਾਵ ਹੁੰਦਾ ਵੀ ਹਰ ਵੇਲੇ ਸਰੀਰ ਤੇ ਧਾਰਨ ਕਰਕੇ ਰੱਖਣਾ, ਤਿਆਰ ਬੁਰ ਤਿਆਰ ਰਹਿਣਾ। ਐਵੇਂ ਸ਼ਸਤਰ ਵੰਡਦੇ ਹਨ। ਚਪਲ ਬਲੀ ਹੈ ਦੇਤ ਧਵਾਵੈ, ਤੇ ਕਿਸੇ ਨੂੰ ਘੋੜਾ ਦਿੰਦੇ ਨੇ, ਜਦੋਂ ਕੋਈ ਘੋੜਾ ਚੰਗਾ ਹੁੰਦਾ ਕਹਿੰਦੇ ਮਹਾਰਾਜ ਘੋੜਾ ਨਹੀਂ ਮੇਰੇ ਕੋਲ ਕੋਈ ਵਧੀਆ ਹੈਗਾ, ਸਾਹਿਬ ਕਹਿੰਦੇ ਆ ਲੈ ਤੂੰ ਆ ਸਾਂਭ ਘੋੜਾ। ਉਹ ਘੋੜਾ ਲੈਂਦਾ ਏ ਗੁਰਾਂ ਕੋਲੋਂ ਤੇ ਸੱਜ ਕੇ ਤੇ ਉਹਨੂੰ ਦੜਾਉਂਦਾ ਹੈ, ਅਭਿਆਸ ਕਰਦਾ ਹੈ। ਨਹੀਂ ਤਮਾਮਾ ਦਲ ਮਹਿ ਚੀਨਾ, ਐਵੇਂ ਜਦੋਂ ਫੌਜ ਤਿਆਰ ਹੋ ਗਈ, ਸ਼ਸਤਰ ਵੀ ਬਹੁਤ ਆ ਗਏ, ਘੋੜੇ ਵੀ ਆ ਗਏ, ਹਜ਼ਾਰਾਂ ਸਿੱਖ ਵੀ ਤਿਆਰ ਬਰ ਤਿਆਰ ਹੋ ਗਏ,
ਤੇ ਮਹਾਰਾਜ ਸਾਹਿਬ ਨੇ ਜਾਣਿਆ ਵੀ ਜਿਹਨੇ ਫੌਜ ਦੀ ਅਗਵਾਈ ਕਰਨੀ, ਜਿਹਨੇ ਜੋਸ਼ ਭਰਨਾ, ਉਹ ਨਗਾਰਾ ਤਾਂ ਹੈ ਹੀ ਨਹੀਂ ਆਪਣੇ ਦਲ ਪੰਥ ਵਿੱਚ। ਸ੍ਰੀ ਸਤਿਗੁਰੂ ਵਿਚਾਰਨ ਕੀਨਾ ਸ਼੍ਰੀ ਸ਼੍ਰੋਮਣੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰਿਆ ਵੀ ਬਹੁਤੇ ਸਿੱਖ ਫੌਜ ਹੈ, ਬਹੁਤੇ ਸੂਰਮੇ ਨੇ, ਪਰ ਨਗਾਰਾ ਵੀ ਤਾਂ ਅਗਵਾਈ ਵਾਸਤੇ ਚਾਹੀਦਾ ਹੈ ਨਾ। ਨਗਾਰੇ ਨਾਲ ਹੀ ਤਾਂ ਸੂਰਮਿਆਂ 'ਚ ਵੀਰ ਦਾ ਸੌਂਦਾ ਹੈ। ਨਗਾਰੇ ਦੀ ਚੋਭ ਸੁਣ ਕੇ ਤਾਂ ਸੂਰਮੇ ਇਕੱਠੇ ਹੁੰਦੇ ਨੇ, ਨਗਾਰੇ ਦੀ ਚੋਭ ਸੁਣ ਕੇ ਹੀ ਤਾਂ ਇਹਨਾਂ ਨੂੰ ਚਾਅ ਚੜ੍ਹਦਾ ਹੈ, ਪਰ ਨਗਾਰਾ ਨਹੀਂ ਹੈ ਦਲ ਪੰਥ ਦੇ ਵਿੱਚ। ਅਬ ਦੁੰਦਪ ਚਹੀਐ ਬਨਵਾਇ। ਹੁਣ ਮਹਾਰਾਜ ਸਾਹਿਬ ਕਹਿੰਦੇ ਵੀ ਆ ਨਿੱਕੇ ਨਿੱਕੇ ਨਗਾਰੇ ਜੇ, ਛੋਟੇ ਛੋਟੇ ਨਗਾਰੇ ਤਾਂ ਵੱਜਦੇ ਸਨ, ਨੌਬਤ ਰੋਜ਼ ਹੀ ਦਰਬਾਰ 'ਚ ਵੱਜਦੀ ਸੀ, ਪਰ ਮਹਾਰਾਜ ਕਹਿੰਦੇ ਹੁਣ ਵੱਡੇ ਨਗਾਰੇ ਜਿਹੜੇ ਹਨ ਬਣਾਉਣੇ ਚਾਹੀਦੇ ਨੇ। ਅਬ ਦੁੰਦਪ ਚਹੀਐ ਬਨਵਾਏ, ਹੁਣ ਸਮਾਂ ਹੈ, ਫੌਜ ਬਣ ਗਈ ਹੈ, ਸ਼ਸਤਰ ਨੇ, ਘੋੜੇ ਨੇ, ਹੁਣ ਨਗਾਰਾ ਵੀ ਬਣਾ ਲਈਏ। ਉਤਸ਼ਾਹ ਬਨਹਿ ਬਜਵਾਇਓ। ਉਤਸ਼ਾਹ ਦੇਣ ਵਾਸਤੇ ਸੂਰਮਿਆਂ ਲਈ ਨਗਾਰਾ ਬਣੇ, ਜਦੋਂ ਬਣ ਜਾਵੇ ਤਾਂ ਵੱਜੇ, ਜਦੋਂ ਵੱਜੇਗਾ ਤੇ ਸੂਰਮਿਆਂ ਦੇ ਅੰਦਰ ਚਾਅ ਚੜੇਗਾ। ਰਹੇ ਸਦਨ ਗੁਰ ਸਦਾ ਭਵਿੱਖ। ਫਿਰ ਭਵਿੱਖ ਦੇ ਬਾਰੇ ਵੀ ਕਲਗੀਧਰ ਸਾਹਿਬ ਨੇ ਸੋਚਿਆ ਵੀ ਭਵਿੱਖ ਵਿੱਚ ਵੀ ਜਦੋਂ ਸਾਡਾ ਸਰੀਰ ਨਹੀਂ ਵੀ ਰਹੂਗਾ, ਨਗਾਰਾ ਗੁਰੂ ਘਰ ਦੇ ਵਿੱਚ ਸਦਾ ਹੀ ਵੱਜਦਾ ਰਹੇ। ਜੈ ਕਹਿ ਰਾਜ ਕਰਹਿ ਗਨ ਸਿੱਖ। ਜਿੱਥੇ ਕਿਥੇ ਵੀ ਸਾਡੇ ਬਹੁਤ ਸਿੱਖ ਰਾਜ ਵੀ ਕਰਨਗੇ ਆਪਣਾ। ਸਾਗਰ ਲਉ ਅਵਨੀ ਦਲ ਆ ਸਾਰਾ। ਸਮੁੰਦਰ ਤੀਕਰ ਜਿੰਨਾ ਵੀ ਧਰਤੀ ਦਾ, ਜਿੰਨੀ ਵੀ ਧਰਤੀ ਆ, ਸਭ ਥਾਵਾਂ ਦੇ ਖਾਲਸੇ ਦੇ ਗੁਰੂ ਕੇ ਸਿੱਖਾਂ ਦੇ ਨਗਾਰੇ ਵੱਜਣੇ ਚਾਹੀਦੇ। ਸਾਧ ਸੰਗਤ ਜਿਹੜਾ ਨਗਾਰਾ ਵੱਜਣਾ ਹੈ ਨਾ, ਇਹ ਨਗਾਰਾ ਵੱਜਣਾ ਕਹਿੰਦੇ ਵੀ ਫਲਾਣੇ ਦਾ ਡੰਕਾ ਵੱਜਦਾ ਹੈ, ਭਾਵ ਕਿ ਜਿੱਥੇ ਨਗਾਰਾ ਵੱਜੇ ਉਥੋਂ ਦਾ ਮਾਲਕ ਉਹ ਖੁਦ ਹੈ। ਜਿੱਥੇ ਨਿਸ਼ਾਨ ਝੂਲੇ ਇਹ ਸਾਡਾ ਰਾਜ ਭਾਗ ਹੈ। ਨਿਸ਼ਾਨ ਸਾਹਿਬ ਤੇ ਨਗਾਰਾ ਇਹ ਰਾਜ ਦੀ ਨਿਸ਼ਾਨੀ ਹੈ। ਇਹੀ ਕੁਝ ਹੈ ਪੰਥ ਦੇ ਕੋਲ, ਪਰ ਬੜੇ ਅਫਸੋਸ ਦੀ ਗੱਲ ਹੈ ਵੀ ਬੜੇ ਗੁਰੂ ਘਰ ਨੇ ਜਿੱਥੇ ਨਗਾਰੇ ਵੱਜਦੇ ਹੀ ਨਹੀਂ। ਨਿਸ਼ਾਨ ਸਾਹਿਬ ਦੀ ਕਦਰ ਹੀ ਨਹੀਂ ਪਤਾ ਵੀ ਨਿਸ਼ਾਨ ਸਾਹਿਬ ਹੈ ਕੀ ਹੈ। ਇੱਕ ਨਿਸ਼ਾਨ ਸਾਹਿਬ ਤੇ ਇੱਕ ਨਗਾਰਾ ਨਹੀਂ ਜਦੋਂ ਰਹੂਗਾ ਤੇ ਫਿਰ ਕੁਝ ਵੀ ਨਹੀਂ ਰਹੂਗਾ। ਨਿਸ਼ਾਨ ਤਾਈਓ ਆਪਾਂ ਕਹਿੰਦੇ ਆ ਨਾ ਵੀ ਚੌਂਕੀਆਂ, ਝੰਡੇ, ਬੁੰਗੇ ਜੁਗੋ ਜੁਗਾ ਟਲ ਰਹਿਣ। ਅਰਦਾਸਾ ਹੁੰਦਾ ਨਾ ਵੀ ਮਹਾਰਾਜ ਝੰਡੇ ਤੇਰੇ ਸਦਾ ਝੂਲਦੇ ਰਹਿਣ, ਤੇ ਝੰਡਾ ਵੀ ਉਹਨਾਂ ਚਿਰ ਝੂਲਦਾ ਹੁੰਦਾ ਜਿੰਨਾ ਚਿਰ ਨਗਾਰਾ ਵੱਜੂਗਾ। ਜਿੱਦਣ ਨਗਾਰਾ ਵੱਜਣੋਂ ਹਟ ਗਿਆ ਉਦੋਂ ਝੰਡੇ ਵੀ ਨਹੀਂ ਝੂਲਣੇ, ਕਿਉਂਕਿ ਰਾਜ ਭਾਗ ਦੀ, ਪਾਤਸ਼ਾਹੀ ਦੀ, ਬਾਦਸ਼ਾਹੀ ਦੀ ਨਿਸ਼ਾਨੀ ਹੈ ਦੋਵੇਂ। ਨਿਸ਼ਾਨ ਉਦੋਂ ਝੁਲਦਾ ਹੈ ਜਦੋਂ ਜਿੱਤ ਹੁੰਦੀ ਹੈ, ਤੇ ਜਿਹੜਾ ਨਗਾਰਾ ਹੈ ਇਹ ਜਿੱਤ ਕਰਵਾਉਂਦਾ ਹੈ। ਤੇ ਸਤਿਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਗਾਰਾ ਵੱਜੇ। ਨਗਾਰਾ ਸਾਡੇ ਤੋਂ ਬਾਅਦ ਵੀ ਵੱਜੂਗਾ ਗੁਰੂ ਘਰ 'ਚ ਸਦਾ। ਨਗਾਰਾ ਸਾਡੇ ਸਿੱਖ ਸਮੁੰਦਰ ਤੀਕਰ ਵਜਾਉਣਗੇ ਰਾਜ ਭਾਗ ਪ੍ਰਾਪਤ ਕਰਕੇ। ਬਜਹਿ ਪ੍ਰਤਾਪੀ ਗੁਰੂ ਨਗਾਰਾ। ਆ ਪ੍ਰਤਾਪੀ ਬੜੇ ਤੇਜ ਪ੍ਰਤਾਪ ਵਾਲਾ ਗੁਰੂ ਨਾਨਕ ਸਾਹਿਬ ਦਾ ਡੰਕਾ ਵੱਜੇਗਾ। ਡੰਕਾ ਬਾਜੇ ਫਤਿਹ ਕਾ, ਫਤਿਹ ਦਾ ਡੰਕਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹੋ ਹੋਆ ਹਲੀਮੀ ਰਾਜ। ਹਲੀਮੀ ਰਾਜ ਦਾ ਡੰਕਾ ਸਦਾ ਹੀ ਮਹਾਰਾਜ ਸਾਹਿਬ ਜੀ ਕਹਿੰਦੇ ਵੱਜੇਗਾ। ਏਮ ਚਿਤਵਤ ਚਿਤ ਹੁਕਮ ਬਖਾਨਾ। ਜਿਵੇਂ ਮਹਾਰਾਜ ਨੇ ਚਿਤ ਵਿੱਚ ਸੋਚਦੇ ਹਾਂ ਉਸੇ ਵੇਲੇ ਕੋਲ ਜਿਹੜੇ ਸਿੱਖ ਸਨ ਮਸੰਦ ਉਹਨਾਂ ਨੂੰ ਹੁਕਮ ਕੀਤਾ, ਕਰੋ ਕਰਾਮਨ ਦੀਹ ਨਿਸ਼ਾਨਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੱਡਾ ਨਗਾਰਾ ਬਣਾਉਣਾ ਕਰੋ, ਬਹੁਤ ਹੀ ਤਗੜਾ ਨਗਾਰਾ ਗੁਰੂ ਘਰ ਦੇ ਲਈ ਕਢਵਾਉਣਾ ਕਰੋ। ਕਢਵਾਉਣਾ ਸ਼ਬਦ ਤਾਂ ਆਇਆ ਕਿਉਂਕਿ ਲੋਹੇ ਦਾ ਘੜਿਆ ਜਾਣਾ, ਫੇਰ ਹੀ ਉੱਤੇ ਚਮੜਾ ਮੜਿਆ ਜਾਂਦਾ ਹੈ। ਤਾਂ ਸਾਹਿਬ ਕਹਿੰਦੇ ਵੱਡਾ ਨਗਾਰਾ ਲੋਹੇ ਦਾ ਕਢਵਾਓ ਕਿਸੇ ਲਹਾਰ ਕੋਲੋਂ। ਨੀਕੇ ਕਾਰੀਗਰ ਕੇ ਪਾਸ। ਚੰਗਾ ਕਾਰੀਗਰ ਹੋਵੇ, ਬਹੁਤ ਵਧੀਆ ਮਾਹਰ ਹੋਵੇ, ਚੰਗਾ ਲਹਾਰ ਹੋਵੇ, ਜਿਹੜਾ ਲੋਹੇ ਨੂੰ ਚੰਗੀ ਮਜ਼ਬੂਤੀ ਦੇਵੇ, ਨਗਾਰੇ ਦੀ ਆਵਾਜ਼ ਚੰਗੀ ਸੋਹਣੀ ਬਣੇ, ਇਹੋ ਜਿਹਾ ਘੜੋ। ਸੋ ਸਭ ਬਿਜ ਤੇ ਅੰਨ ਹੀ ਰਾਸ। ਉਹ ਇਹੋ ਜਿਹਾ ਕਾਰੀਗਰ ਹੋਵੇ ਵੀ ਸਭ ਤਰ੍ਹਾਂ ਕਰਕੇ ਚਾਰ ਸਫੇਰੇ ਉਹ ਨਗਾਰੇ ਨੂੰ ਰਾਸ ਲਿਆਵੇ, ਭਾਵ ਨਗਾਰੇ ਨੂੰ ਸੋਹਣਾ ਬਣਾਵੇ, ਚੰਗਾ ਕਾਰਜ ਸਾਡਾ ਨਿਪਰੇ ਚਾੜੇ। ਨੰਦ ਚੰਦ ਲੈ ਆਇਸ ਗਏ। ਆਓ ਜਦੋਂ ਗੁਰਾਂ ਦਾ ਹੁਕਮ ਹੋਇਆ ਤੇ ਦੀਵਾਨ ਨੰਦ ਚੰਦ ਦੇ ਵੀ ਮਹਾਰਾਜ ਦਾ ਕਾਰ ਮੁਖਤਿਆਰ ਪਸੰਦ ਸੀ। ਇਹ ਭਾਈ ਨੰਦ ਚੰਦ ਜੀ ਗੁਰੂ ਕਲਗੀਧਰ ਦੀ ਆਗਿਆ ਨਾਲ ਉਸੇ ਵੇਲੇ ਨਗਾਰੇ ਦਾ ਪ੍ਰਬੰਧ ਕਰਨ ਦੇ ਲਈ
ਕਢਾਉਣ ਦੇ ਵਾਸਤੇ ਚਲੇ ਗਏ। ਘਰ ਬੇਹੇਤ ਹਕਾਰਤ ਪਾਇਓ। ਆ ਚੰਗਾ ਕੋਈ ਜਿੱਥੇ ਲੋਹਾਰ ਕੋਈ ਲੋਹਾ ਘੜਨ ਵਾਲਾ ਸੁਣਿਆ, ਨਗਾਰੇ ਦਾ ਉਹ ਭਾਂਡਾ ਥੱਲਾ ਜਿਹੜਾ ਘੜਨ ਦੇ ਵਾਸਤੇ ਬੁਲਾਇਆ ਹੈ, ਸਿੱਖ ਭੇਜ ਕੇ ਵੀ ਜਾਓ ਉਹਨੂੰ ਕਹੋ ਇੱਥੇ ਆਨੰਦਪੁਰ ਆਵੇ। ਕਹਿਓ ਗੁਰੂ ਕੋ ਤਾਹੀ ਸੁਨਾਇਓ। ਤੇ ਜਦੋਂ ਕੋਲ ਆਇਆ ਕਾਰੀਗਰ ਉਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਹਿਆ ਹੋਇਆ ਬਚਨ ਦੱਸਿਆ ਵੀ ਸਤਿਗੁਰੂ ਨਗਾਰਾ ਬਣਵਾਉਣਾ ਚਾਹੁੰਦੇ ਨੇ ਤੇ ਨਗਾਰਾ ਹੋਵੇ ਜੰਗੀ, ਬਹੁਤ ਮਜ਼ਬੂਤ, ਬਹੁਤ ਤਗੜਾ, ਬਹੁਤ ਵਧੀਆ ਹੋਵੇ, ਗੂੰਜਾਂ ਪਾ ਦਵੇ। ਕਰ ਵਿਚਾਰ ਸ਼ੁਭ ਲੋਹ ਮੰਗਾਇਓ। ਇਸ ਤਰ੍ਹਾਂ ਫਿਰ ਵਿਚਾਰ ਕਰਕੇ ਜਦੋਂ ਕਾਰੀਗਰ ਨੂੰ ਆਪਣਾ ਜਿਹੜਾ ਮਿਸਤਰੀ ਕਾਰੀਗਰ ਹੁੰਦਾ ਨਾ ਉਹਨੂੰ ਆਪਣੀ ਗੱਲ ਦੱਸੀ ਹੈ ਨਾ, ਸਾਨੂੰ ਆਹ ਵਸਤੂ ਚਾਹੀਦੀ ਇੱਦਾਂ ਦੀ ਬਣੇ, ਫਿਰ ਉਹ ਕਹਿੰਦਾ ਵੀ ਆਹ ਸਮਾਨ ਮੰਗਾ ਦਿਓ, ਮੈਂ ਬਣਾ ਦੂੰਗਾ ਜਿੱਦਾਂ ਦਾ ਤੁਸੀਂ ਕਹੋ। ਤੇ ਉਸੇ ਵੇਲੇ ਸਾਧ ਸੰਗਤ ਜੀ ਉਹਨੇ ਲਿਖ ਦਿੱਤਾ ਵੀ ਇੰਨਾ ਲੋਹਾ ਚਾਹੀਦਾ ਹੈ, ਕਰ ਵਿਚਾਰ ਸ਼ੁਭ ਲੋਹ ਮੰਗਾਇਓ। ਸੋਹਣਾ ਚੰਗਾ ਵਧੀਆ ਲੋਹਾ ਮੰਗਵਾਇਆ ਨਗਾਰਾ ਘੜਨ ਵਾਸਤੇ। ਜੇਤਕ ਘਰਤ ਰਹਿ ਜਾਏ। ਜਿੰਨਾ ਕੁ ਕਹਿੰਦੇ ਵੀ ਲੋਹੇ ਨੂੰ ਘੜਦੇ ਆ ਬਾਕੀ ਰਹਿ ਜਾਵੇ। ਤਿਸ ਤੇ ਚੌਗੁਣ ਲੀਨ ਤੁਲਾਏ। ਉਸ ਤੋਂ 4 ਗੁਣਾ ਵੱਧ ਲੋਹਾ ਤੋਲ ਕੇ ਮੰਗਾ ਲਿਆ, ਕਿਉਂਕਿ ਜਦੋਂ ਲੋਹੇ ਨੂੰ ਢਾਲਣਾ ਹੈ, ਉਹਨੂੰ ਸੱਟਾਂ ਵੱਜਣੀਆਂ ਨੇ, ਉਹਨੂੰ ਭਾਂਡੇ ਦਾ ਗੁਲਿਆਈ ਦਾ ਆਕਾਰ ਦੇਣਾ ਹੈ, ਉਹਨੂੰ ਰਗੜਾਈ ਕਰਨੀ ਹੈ, ਫਿਰ ਲੋਹਾ ਘਟਦਾ ਹੈ, ਵਜਨ ਵਿੱਚ ਝੜਦਾ ਹੈ। ਜਿਵੇਂ ਮੰਨ ਲਓ ਵੀ 1 ਮਣ ਦਾ ਜਿਵੇਂ ਨਗਾਰਾ ਤਿਆਰ ਹੋਣਾ, ਇਹ ਤੋਂ 4 ਗੁਣਾ ਵੱਧ ਮੰਗਾ ਲਿਆ। ਜਿਵੇਂ ਪੱਕਾ ਮਣ 40 ਕਿਲੋ ਦਾ ਹੁੰਦਾ, ਮੰਨ ਲਓ ਵੀ 40 ਕਿਲੋ ਨਗਾਰੇ ਨੂੰ ਲੋਹਾ ਲੱਗਣਾ ਸੀ, ਤੇ ਉਹ ਤੋਂ 4 ਗੁਣਾ ਵੱਧ ਕਰਕੇ ਭਾਵ ਕਿ 200 ਕਿਲੋ ਦੇ ਕਰੀਬ ਲੋਹਾ ਮੰਗਾ ਲਿਆ ਵੀ ਉਹਨੂੰ ਘੜਦੇ ਆ ਰਗੜਾਈ ਕਰਦੇ ਆ, ਚੰਗੀ ਮਜ਼ਬੂਤੀ ਦਿੰਦੇ ਆ, ਕੁੱਟਦਿਆਂ ਹੋਇਆ ਤਾਂ ਉਹ ਥੋੜਾ ਹੀ ਰਹਿ ਜਾਣਾ ਹੈ। ਸੋ ਇਸ ਤਰ੍ਹਾਂ ਚੰਗਾ ਸੋਹਣਾ ਲੋਹਾ ਮੰਗਾ ਲਿਆ 4 ਗੁਣਾ। ਬਹੁ ਨਰ ਲੱਗੇ ਘਰਨ ਤਤਕਾਲ। ਤੇ ਬੜੀ ਛੇਤੀ ਨਾਲ ਗੁਰਾਂ ਦਾ ਹੁਕਮ ਜਾਣ ਕੇ ਪ੍ਰੇਮ ਸਹਿਤ ਬਹੁਤੇ ਕਾਰੀਗਰ ਉਹਨੂੰ ਘੜਨ ਲੱਗੇ, ਉਹਦਾ ਆਕਾਰ ਬਣਾਉਣ ਲੱਗੇ ਨੇ। ਭਾਂਡੇ ਜਿਹੜੇ ਹੁੰਦੇ ਨੇ ਨਾ ਚਮੜੇ ਦੇ ਹੇਠਾਂ, ਇਹ ਇੱਥੇ ਵੀ ਆਪਣੇ ਵੀ ਨਗਾਰਾ ਵੱਡਾ ਪਿਆ ਇੱਥੇ, ਜਿਵੇਂ ਜਿਹੜਾ ਇਹਦਾ ਥੱਲੜਾ ਭਾਂਡਾ ਹੈ ਇਹ ਲੋਹੇ ਦਾ ਘੜਨ ਲੱਗ ਪਏ ਮਜ਼ਬੂਤ। ਤੇ ਸੁਜਾਨ ਬਣਾਏ ਸੁਢਾਲਾ। ਬੜੇ ਸੁਜਾਨ ਚੰਗੇ ਕਾਰੀਗਰ ਸਨ, ਉਹਨਾਂ ਨੇ ਬਹੁਤ ਹੀ ਕਹਿੰਦੇ ਵੀ ਚੰਗੇ ਸੋਹਣੇ ਢੰਗ ਦੇ ਨਾਲ ਲੋਹੇ ਨੂੰ ਢਾਲ ਕੇ ਉਹਨੂੰ ਆਕਾਰ ਦੇ ਕਰਕੇ ਭਾਂਡੇ ਦੇ ਰੂਪ ਦੇ ਵਿੱਚ ਤਿਆਰ ਕਰ ਲਿਆ। ਦੋਨੋਂ ਦੌਰ ਤਿਆਰ ਕਰ ਲਿਆਏ। ਲੋਹੇ ਦੇ 2 ਚੱਕਰਕਾਰ ਹਿੱਸੇ ਜਿਨ੍ਹਾਂ ਨੂੰ ਜੋੜ ਕੇ ਵੱਡਾ ਕੜਾਹੇ ਵਰਗਾ ਇੱਕ ਬਣਨਾ ਸੀ, ਕਿਉਂਕਿ ਹੁਣ ਲੋਹਾ ਹੈ ਨਾ ਤੇ ਉਹਦੇ ਵਿੱਚ ਜਦੋਂ 2 ਭਾਂਡੇ ਜੋੜਨੇ ਆ, ਇੱਕ ਹਿੱਸਾ ਥੱਲੇ ਅੱਧ ਕਚਾਵੇ, ਇੱਕ ਹਿੱਸਾ ਹੋਰ ਉੱਪਰੋਂ ਕੜਾਹੇ ਵਾਂਗ, ਜਿਵੇਂ ਕੜਾਹਿਆਂ ਨੂੰ ਪੱਤਰੇ ਲਾ ਕੇ ਵੱਡੇ ਕੜਾਹੇ ਡੋਲੂ ਤਿਆਰ ਕਰਦੇ ਪੁਰਤਨਾਂ ਵਾਲੇ, ਇਦਾਂ 2 ਭਾਂਡੇ ਬਣਾ ਲਏ ਜੋੜ ਕੇ ਤਿਆਰ ਕਰਨ ਵਾਸਤੇ। ਚਰਹੇਰ ਸਤਿਗੁਰ ਹਰਿ ਖਾਏ। ਲੈ ਕੇ ਆ ਗਏ ਵੀ ਮਹਾਰਾਜ ਲੋਹੇ ਦਾ ਬਰਤਨ ਤਾਂ ਤਿਆਰ ਹੋ ਗਿਆ, ਨਗਾਰਾ ਤਾਂ ਤਿਆਰ ਹੋ ਗਿਆ, ਸੋਹਣਾ ਤੇ ਵੱਡਾ ਨਗਾਰਾ ਬਣਿਆ। ਵੇਖ ਕੇ ਗੁਰੂ ਕਲਗੀਧਰ ਮਹਾਰਾਜ ਬਹੁਤ ਹੀ ਖੁਸ਼ ਪ੍ਰਸੰਨ ਹੋਏ। ਦਰਬ ਵਿਸਾਲ ਬਖਸ਼ ਕਰ ਦੀਨੋ। ਮਹਾਰਾਜ ਸਾਹਿਬ ਜੀ ਨੇ ਪੁੱਛਿਆ ਨਹੀਂ ਵੀ ਤੁਹਾਡੀ ਮਿਹਨਤ ਕਿੰਨੀ ਹੈ, ਖੁਸ਼ੀ ਵਿੱਚ ਆ ਕੇ ਖੁੱਲਾ ਧਨ ਉਹਨਾਂ ਕਾਰੀਗਰਾਂ ਨੂੰ ਬਖਸ਼ਿਸ਼ ਵਜੋਂ ਇਨਾਮ ਵਜੋਂ ਦਿੱਤਾ। ਮੜਵੇ ਹੇਤ ਹੁਕਮ ਤਬ ਕੀਨੋ। ਫਿਰ ਉਸੇ ਵੇਲੇ ਹੁਕਮ ਕੀਤਾ ਵੀ ਹੁਣ ਇਹਨੂੰ ਚੰਗਾ ਵਧੀਆ ਚਮੜੇ ਦੇ ਨੇ ਨਾਲ ਮੜਨਾ ਕਰੋ, ਤਿਆਰ ਕਰੋ ਨਗਾਰੇ ਨੂੰ। ਹੁਣ ਸਕਲ ਮਸੰਦਨ ਜਬ ਸੁਧ ਪਾਈ। ਇੱਧਰ ਗੁਰੂ ਕਲਗੀਧਰ ਸਾਹਿਬ ਨਗਾਰਾ ਤਿਆਰ ਕਰਾ ਰਹੇ ਨੇ, ਤੇ ਜਿਹੜੇ ਮਸੰਦ ਵੇਲੀਆਂ ਖਾਣ ਵਾਲੇ ਸਨ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਮਹਾਰਾਜ ਤਾਂ ਨਗਾਰੇ ਬਣਾਉਣ ਲੱਗ ਪਏ, ਚਿਤਹਿ ਵਿਚਾਰ ਕਰਤ ਸਮੁਦਾਇ। ਉਹ ਸਾਰੇ ਮਿਲ ਕੇ ਤੇ ਆਪਸ ਵਿੱਚ ਵਿਚਾਰਾ ਕਰਨ ਲੱਗ ਪਏ। ਸੈਨ ਸਕੇਲਤ ਦਿਨ ਪ੍ਰਤ ਭਾਰੀ। ਕਹਿੰਦੇ ਆ ਸਾਡੇ ਵਾਸਤੇ ਲੱਗਦਾ ਹੈ ਵੀ ਸਮਾਂ ਚੰਗਾ ਨਹੀਂ ਆਉਣ ਵਾਲਾ, ਕਿਉਂਕਿ ਮਹਾਰਾਜ ਤਾਂ ਰੋਜ਼ ਹੀ ਫੌਜ ਇਕੱਠੀ ਕਰੀ ਜਾਂਦੇ, ਨੇਤੀ ਨਵਾਂ ਸੂਰਮਾ ਭਰਤੀ ਹੁੰਦਾ ਦਲ ਵਿੱਚ। ਸ਼ਸਤਰ ਤੋਂ ਰੰਗਨ ਸੋਹਿਤ ਧਾਰੀ। ਫਿਰ ਸ਼ਸਤਰ ਚੰਗੇ ਉਹਨਾਂ ਨਾਲ ਪਿਆਰ ਕਰਦੇ ਆ, ਚੰਗੇ ਘੋੜਿਆਂ ਨਾਲ ਪਿਆਰ ਕਰਦੇ ਹਨ। ਅਬੇ ਗੁਰੂ ਦੁੰਦਬ ਕਰਵਾਏ। ਆਪਸ ਵਿੱਚ ਇਹਨਾਂ ਮੀਟਿੰਗ ਕਰ ਲਈ, ਕਹਿੰਦੇ ਵੇਖੋ ਵੀ ਹੁਣ ਪਹਿਲਾਂ
ਘੋੜੇ ਰੱਖੇ, ਸ਼ਸਤਰ ਰੱਖੇ, ਫੌਜ ਵੀ ਰੱਖ ਲਈ, ਹੁਣ ਨਗਾਰਾ ਕਢਵਾ ਲਿਆ, ਨਗਾਰਾ ਤਿਆਰ ਕਰਵਾ ਲਿਆ ਏ। ਜਬ ਇਸ ਦੇਸ਼ ਵਿਖੇ ਬਜਵਾਇਆ ਕਮਜ਼ੋਰ ਦਿਲ ਮਸੰਦ ਕਹਿੰਦੇ ਜਦੋਂ ਇਸ ਪਹਾੜਾਂ ਦੇ ਇਲਾਕੇ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਨਗਾਰਾ ਵਜਾਇਆ, ਭੀਮ ਚੰਦ ਕਹਿਲੂਰੀ ਰਾਜਾ। ਕਹਿੰਦੇ ਵੀ ਭੀਮ ਚੰਦ ਦੀ ਰਿਆਸਤ ਵਿੱਚ ਆਪਾਂ ਰਹਿੰਦੇ ਆ, ਕਹਿਲੂਰ ਦੀ ਰਿਆਸਤ ਹੈ, ਤੇ ਜਦੋਂ ਨਗਾਰੇ ਦੀ ਆਵਾਜ਼ ਕਹਿਲੂਰੀ ਭੀਮ ਚੰਦ ਸੁਣੇਗਾ, ਜੇ ਸਮੀਪ ਬੜ ਸੈਨ ਸਮਾਜ, ਜਿਹੜਾ ਆਪਣੇ ਨੇੜੇ ਹੀ ਰਹਿੰਦਾ ਹੈ, ਜਿਹਦੀ ਬਹੁਤ ਫੌਜ ਹੈ, ਜੰਗੀ ਸ਼ਸਤਰ, ਜਿਹਦੇ ਕੋਲ ਬਹੁਤ ਜ਼ਿਆਦਾ ਭਾਰੀ ਸਾਜੋ ਸਮਾਨ ਹੈ। ਪ੍ਰਥਮ ਹੁਤੋ ਗਮਨਿਓ ਕਿਤ ਔਰ, ਆ ਮਸੰਦ ਆਪਸ ਵਿੱਚ ਕਹਿੰਦੇ ਵੀ ਪਹਿਲਾਂ ਤਾਂ ਭੀਮ ਚੰਦ ਕਿਤੇ ਹੋਰ ਹੀ ਦੇਸ਼ ਇਲਾਕੇ ਵਿੱਚ ਗਿਆ ਸੀ, ਅਬ ਬਿਲਾਸਪੁਰ ਕੀ ਬਸ ਠਾਉਰ, ਪਰ ਹੁਣ ਕਹਿੰਦੇ ਆ ਵੀ ਕੁਝ ਦਿਨਾਂ ਤੋਂ ਆਪਣੀ ਉਹ ਰਾਜਧਾਨੀ ਬਿਲਾਸਪੁਰ ਦੇ ਵਿੱਚ ਕਹਿਲੂਰ ਰਿਆਸਤ ਦੇ ਵਿੱਚ ਆ ਕੇ ਦੁਬਾਰਾ ਵਸਣ ਲੱਗ ਪਿਆ ਏ। ਤੇਰੇ ਦੇਸ਼ ਨੇ ਜੇ ਸਹਿਜ ਤੇ ਸੁਭਾਏ, ਸਹਿਜ ਸੁਭਾਅ ਜਿੱਥੋਂ ਤੀਕਰ ਉਹਦੀ ਕਹਿਲੂਰ ਰਿਆਸਤ ਹੈ, ਉੱਥੋਂ ਤੀਕਰ ਭੀਮ ਚੰਦ ਨੂੰ ਫਿਰਦਾ ਹੈ ਫੌਜ ਲੈ ਕੇ, ਉੱਥੋਂ ਤਾਈਂ ਵਿਚਰਦਾ ਰਹਿੰਦਾ ਏ। ਧੌਂਸਾ ਧੂੰ ਘਾਰਤ ਸੁਧ ਪਾਏ, ਤੇ ਜਦੋਂ ਮਸੰਦ ਕਹਿੰਦੇ ਇਧਰੋਂ ਗੁਰੂ ਕਲਗੀਧਰ ਸਾਹਿਬ ਨੇ ਨਗਾਰਾ ਵਜਾਇਆ, ਤੇ ਨਗਾਰਾ ਵਜਾਉਣ ਦੀ ਖਬਰ ਭੀਮ ਚੰਦ ਨੂੰ ਪ੍ਰਾਪਤ ਹੋ ਗਈ। ਆਸਨੈ ਹੋਏ ਬਿਗਰ ਕਰ ਪਰ, ਏਦਾਂ ਨਾ ਹੋਏ ਕਿਤੇ ਭੀਮ ਚੰਦ ਜਿਹੜਾ ਹੈ ਉਹ ਗੁਰੂ ਘਰ ਦੇ ਨਾਲ ਵਿਗੜੀ ਪਵੇ, ਕਹਿੰਦੇ ਵੀ ਉਲਟੀ ਹੋ ਜਾਵੇ ਵੀ ਮੇਰਾ ਰਾਜ ਹੈ, ਮੇਰਾ ਨਗਾਰਾ ਵੱਜਣਾ ਚਾਹੀਦਾ, ਇੱਥੇ ਗੁਰੂ ਆਪਣਾ ਨਗਾਰਾ ਕਿਉਂ ਵਜਾ ਰਿਹਾ ਹੈ। ਦਾਵੇਦਾਰ ਜਾਨ ਕਰ ਲਰੈ, ਇਸ ਤਰ੍ਹਾਂ ਫਿਰ ਮਸੰਦ ਕਹਿੰਦੇ ਹਨ ਵੀ ਦਾਵੇਦਾਰ ਜਾਨ ਕਰ ਲਰੈ, ਵੀ ਜਦੋਂ ਗੁਰੂ ਕਲਗੀਧਰ ਨੇ ਨਗਾਰਾ ਵਜਾਇਆ ਤਾਂ ਕਹਿਲੂਰੀ ਰਾਜਾ ਸਮਝੂਗਾ ਵੀ ਇਹ ਰਾਜ ਦੇ ਦਾਅਵੇਦਾਰ ਬਣ ਗਏ ਨੇ, ਮੇਰਾ ਰਾਜ ਹੀ ਨਾ ਕਿਤੇ ਮਲਦੇ ਹੋਣ, ਇਸ ਕਰਕੇ ਉਹ ਤਾਂ ਲੜ ਪਵੇਗਾ, ਉਲਝ ਪਵੇਗਾ ਅੱਗੋਂ। ਲਖੀਐ ਇਸ ਤੇ ਹੋਏ ਉਤਪਾਤ, ਇਸ ਕਰਕੇ ਮਸੰਦ ਆਪਸ ਵਿੱਚ ਕਰਮਤਾ ਸਲਾਹ ਕਰ ਰਹੇ ਨੇ, ਮੀਟਿੰਗ ਕਰ ਰਹੇ ਨੇ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਲੱਗ ਰਹੀ ਵੀ ਜਿਹੜਾ ਨਗਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਬਣਾ ਰਹੇ ਨੇ, ਇਹ ਜਿੱਦਣ ਵੱਜ ਗਿਆ ਉਦਣ ਹੀ ਝਗੜਾ ਸ਼ੁਰੂ ਹੋ ਜਾਣਾ ਹੈ। ਨਗਾਰਾ ਜਿਹੜਾ ਹੈ ਆਪਣੀ ਰਿਆਸਤ ਦੇ ਵਿੱਚ ਰਾਜਾ ਕਿਸੇ ਦੂਜੇ ਨੂੰ ਵਜਾਉਣ ਨਹੀਂ ਦਿੰਦਾ। ਬਿਗੜ ਜਾਏਗੀ ਸਗਰੀ ਬਾਤ, ਆ ਸਾਰੀ ਗੱਲ ਆਪਣੀ ਤਾਂ ਕਹਿੰਦੇ ਵਿਗੜ ਜਾਊ। ਬੈਠੇ ਵੇਲੀਆਂ ਖਾਂਦੇ ਸੀ, ਆ 3 ਮੇਲ ਦਾ ਪ੍ਰਸ਼ਾਦ ਭਰ ਕੇ ਬੁੱਕ ਖਾਂਦੇ, ਦੁੱਧ ਪੀਂਦੇ, ਗੜਵਾ ਰੱਖ ਕੇ ਪੱਟਾਂ ਤੇ ਇੱਕ ਢੀਕ ਨਾਲ, ਕਹਿੰਦੇ ਸਾਡਾ ਤੇ ਸਾਰਾ ਹੀ ਕੰਮ ਵਿਗੜ ਜੂ, ਸਾਡੀ ਤਾਂ ਖੇਡ ਹੀ ਵਿਗੜ ਜਾਏਗੀ। ਇਹਾਂ ਬਸਨ ਭੀ ਮੁਸ਼ਕਲ ਉਹ ਹੋਏ, ਖਾਣਾ ਪੀਣਾ ਤੇ ਬੜੀ ਦੂਰ ਆ, ਆਨੰਦਪੁਰ ਦੇ ਵਿੱਚ ਵਸਣਾ ਹੀ ਸਾਡਾ ਮੁਸ਼ਕਲ ਹੋ ਜਾਵੇਗਾ ਜਦੋਂ ਭੀਮ ਚੰਦ ਦੇ ਨਾਲ ਵਿਗਾੜ ਪੈ ਗਿਆ। ਜਿਨ ਕੋ ਰਾਜ ਨਿਕਾਸੇ ਸੋ, ਆ ਜਿਨ੍ਹਾਂ ਦਾ ਰਾਜ ਆ ਇੱਥੇ ਬਿਲਾਸਪੁਰੀਆਂ ਦਾ, ਉਹ ਪਹਾੜੀ ਸਾਨੂੰ ਕੱਢ ਦੇਣਗੇ ਆਨੰਦਪੁਰ ਦੇ ਵਿੱਚੋਂ, ਇੱਥੇ ਵਸਣ ਨਹੀਂ ਦੇਣਗੇ। ਪਰੇ ਜੰਗ ਧਨ ਚਾਹੀਏ ਮਹਾਨ, ਆ ਕਿਉਂਕਿ ਜਦੋਂ ਜੰਗ ਹੋਊਗਾ, ਜੰਗ ਹੋਣ ਲੱਗਿਆ ਫਿਰ ਮਾਇਆ ਦੀ ਲੋੜ ਖੁੱਲੀ ਚਾਹੀਦੀ ਹੈ, ਸ਼ਸਤਰ ਖਰੀਦਣ ਵਾਸਤੇ ਬਹੁਤਾ ਧਨ ਚਾਹੀਦਾ ਹੈ। ਹਮ ਸਿਰ ਪਰੇ ਜੋਰ ਸਭ ਅੰਨ, ਤੇ ਮਸੰਦ ਸਲਾਹ ਕਰਦੇ ਵੀ ਜਦੋਂ ਧਨ ਦੀ ਲੋੜ ਹੋਈ ਤਾਂ ਸਾਰਾ ਭਾਰ ਸਾਡੇ ਸਿਰ ਤੇ ਆ ਜਾਣਾ ਏ। ਜਾਂ ਤੇ ਅਬ ਮਸਲਤ ਕਰ ਸਾਰੇ, ਆ ਕਿਉਂਕਿ ਜਦੋਂ ਗੁਰੂ ਮਹਾਰਾਜ ਸਾਹਿਬ ਜੰਗ ਕਰਨਗੇ, ਉਹ ਮਸੰਦ ਕਹਿੰਦੇ ਸਾਨੂੰ ਕਹਿਣਗੇ ਮਹਾਰਾਜ ਵੀ ਲਿਆਓ ਧਨ, ਗਰਾਈ ਕਰ ਕਰਕੇ, ਫਿਰ ਕਹਿੰਦੇ ਵੀ ਸਾਡੀ ਮੁਸ਼ਕਲ ਬਣੂ ਵੀ ਸਾਨੂੰ ਗਰਾਈਆਂ ਕਰ ਕਰਕੇ ਦਸਵੰਧ ਲਿਆਉਣਾ ਪਵੇਗਾ। ਇਸ ਕਰਕੇ ਇੱਥੋਂ ਤੀਕਰ ਗੱਲ ਨਾ ਹੀ ਪਹੁੰਚੇ, ਖਾਣ ਪੀਣ ਨਾ ਹੀ ਵਿਗੜੇ, ਆ ਸੁੱਖ ਨਾਲ ਸੌਂਦੇ ਆ। ਗੋਗੜਾਂ ਜਿਹੜੀਆਂ ਨੇ ਹੁਣ ਹਿੱਲਣੀਆਂ ਵੀ ਨਹੀਂ ਆ, ਹੁਣ ਅਭਿਆਸ ਵੀ ਕੋਈ ਸਾਡੇ ਕੋਲ ਹੋਣਾ ਨਹੀਂ ਹੈ। ਜੰਗ ਪਏ ਤੋਂ ਤੇ ਭੱਜਿਆ ਵੀ ਨਹੀਂ ਜਾਣਾ, ਜੰਗ ਕਰਨ ਦੀ ਤਾਂ ਬੜੀ ਦੂਰ ਦੀ ਗੱਲ ਹੈ। ਕਹਿੰਦੇ ਪਹਿਲਾਂ ਹੀ ਸੰਭਾਲ ਕਰ ਲਈਏ, ਕੋਈ ਐਸਾ ਸਾਨੂੰ ਯਤਨ ਕਰੀਏ। ਸਾਰੇ ਮਿਲ ਕੇ ਸਲਾਹ ਕਰਦੇ ਹਨ, ਕਰੋ ਜਤਨ ਦਬ ਨਹਿ ਧਾਰ, ਇਹ ਯਤਨ ਕਰੋ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਆਪਣੀ ਫੌਜ ਦੇ ਵਿੱਚ ਨਗਾਰਾ ਨਾ ਧਾਰਨ ਕਰਨ, ਨਗਾਰਾ ਵੱਜੇ ਨਾ ਗੁਰੂ ਕਲਗੀਧਰ ਸਾਹਿਬ ਦਾ। ਉਮਰ ਗੁਰੂ ਕੀ ਇਹ ਨਵੀਨ, ਆਗ ਨਾਲੇ ਕਹਿੰਦੇ ਆ ਗੁਰੂ ਤੇ ਸ਼ੰਕਾ ਕਰੀ ਜਾਂਦੇ, ਕਹਿੰਦੇ ਗੁਰੂ ਕਲਗੀਧਰ ਦੀ ਉਮਰ ਨਵੀਨ ਹੈ। ਜਿਵੇਂ ਕਹਿ ਦਿੰਦੇ ਹੁੰਦੇ ਨਾ ਬਜ਼ੁਰਗ ਵੀ ਹਾਲਾਂ
ਰਾਜਾ ਤੇਰੇ ਤੇ ਕਹਿੰਦੇ ਜਵਾਨੀ ਚੜ ਰਹੀ ਹੈ। ਮਨ ਭਾਵਤ ਕੋ ਰਚਹਿ ਪ੍ਰਬੀਨ। ਇਸ ਕਰਕੇ ਪ੍ਰਬੀਨ ਸਿਆਣੇ ਤੇ ਬਹੁਤ ਨੇ, ਪਰ ਉਮਰ ਨਵੀਂ ਹੋਣ ਕਰਕੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਨ ਭਾਉਂਦੀਆਂ ਗੱਲਾਂ ਕਰਦੇ ਹਨ। ਤਿਨਕੇ ਸੰਗ ਕਹਿਓ ਨਹਿ ਜੇ ਹੈ। ਹਾਂ, ਤੇ ਫਿਰ ਨਾਲ ਹੀ ਇਹ ਵੀ ਕਹਿੰਦੇ ਵੀ ਨਗਾਰਾ ਵੱਜਣਾ ਵੀ ਨਹੀਂ ਚਾਹੀਦਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਜਾ ਕੇ ਅਸੀਂ ਇਹ ਕਹਿ ਨਹੀਂ ਸਕਦੇ ਵੀ ਮਹਾਰਾਜ ਤੁਸੀਂ ਨਗਾਰੇ ਨਾ ਬਣਾਵੋ ਵਜਾਵੋ। ਸਮੁਖ ਬਾਪ ਵਿਪਰੈ ਨਾ ਕਹੇ ਹੈ। ਹਾਂ, ਕਿਉਂਕਿ ਸਮੁਖ ਬਾਗ ਵਿਪਰਾ ਨੇ ਕਹਾ ਹੈ, ਮਹਾਰਾਜ ਦੇ ਸਾਹਮਣੇ ਗੁਰਾਂ ਤੋਂ ਉਲਟ ਗੱਲ, ਗੁਰਾਂ ਤੋਂ ਉਲਟ ਬਚਨ ਸਾਡੇ ਕੋ ਕਿਹਾ ਨਹੀਂ ਜਾਣਾ ਕਿਸੇ ਪਾਸੋਂ। ਪ੍ਰਥਮ ਮਾਤ ਕੇ ਨਿਕਟ ਸਿਧਾਰੋ। ਏਦਾਂ ਕਰਦੇ ਐ ਵੀ ਪਹਿਲਾਂ ਮਾਤਾ ਗੁਜਰੀ ਜੀ ਦੇ ਕੋਲ ਹੀ ਚੱਲਦੇ ਆਪਾਂ ਇਕੱਠੇ ਹੋ ਕੇ। ਤਰਾਸ ਸਮੇਤ ਬਿਰਤੰਤ ਉਚਾਰੋ। ਕਹਿੰਦੇ ਡਰ ਦੇ ਸਮੇਤ ਮਾਤਾ ਨੂੰ ਬਰਤਾਂਤ ਸਾਰਾ ਕਹੋ। ਮਾਂ ਡਰ ਜੂਗੀ, ਉਹਨੂੰ ਡਰਾਓ ਚੰਗੀ ਤਰ੍ਹਾਂ ਵੀ ਮਾਤਾ ਔਖਾ ਹੋ ਜੂ ਵਸਣਾ ਜੇ ਨਗਾਰਾ ਮਹਾਰਾਜ ਨੇ ਵਜਾ ਦਿੱਤਾ। ਅਸ ਮਸਲਤ ਕਰ ਸਕਲ ਮਸੰਦ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਸਾਰੇ ਜਿੰਨੇ ਵੀ ਮਸੰਦ ਹਨ ਇਹ ਆਪਸ ਵਿੱਚ ਮਸਲਤ ਸਲਾਹ ਕਰਕੇ ਸ਼੍ਰੀ ਗੁਜਰੀ ਢਿਗ ਗਮਨੇ ਬ੍ਰਿੰਦ। ਸ਼੍ਰੀ ਮਾਤਾ ਗੁਜਰੀ ਜੀ ਦੇ ਕੋਲ ਜਿੱਥੇ ਭੋਰਾ ਸਾਹਿਬ ਹੈ ਹੁਣ ਗੁਰੂ ਕੇ ਮਹਿਲ ਉੱਥੇ ਚਲੇ ਗਏ। ਮਸਤਕ ਟੇਕ ਬੈਠ ਗਏ ਪਾਸ। ਮਾਤਾ ਜੀ ਨੂੰ ਨਮਸਕਾਰ ਕੀਤੀ ਤੇ ਘੇਰਾ ਘੱਤ ਕੇ ਮਸੰਦ ਕੋਲ ਬਹਿ ਗਏ ਸਾਰੇ। ਬੋਲੇ ਹਾਥ ਜੋਰ ਅਰਦਾਸ। ਮਾਤਾ ਜੀ ਨੂੰ ਹੱਥ ਜੋੜ ਕੇ ਅਰਦਾਸ ਕਰਨ ਲੱਗੇ ਮਸੰਦ। ਮਾਤਾ ਜੀ ਸੁਣੀਏ ਸਭ ਬਾਤ। ਕਹਿਣ ਲੱਗੇ ਮਾਤਾ ਜੀ ਆਪ ਜੀ ਨੂੰ ਬੇਨਤੀ ਕਰਨੀ ਹੈ, ਆਪ ਜੀ ਸਾਡੀ ਸਾਰੀ ਗੱਲਬਾਤ ਚੰਗੀ ਤਰ੍ਹਾਂ ਧਿਆਨ ਦੇ ਨਾਲ ਸੁਣਨਾ ਕਰੋ। ਸ੍ਰੀ ਸਤਿਗੁਰ ਕੋ ਜਥਾ ਬਿਰਤਾਂਤ। ਜਿਵੇਂ ਵੇਖੋ ਤੁਹਾਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੋ ਬਿਰਤਾਂਤ ਹੈ ਨਾ, ਜਿਵੇਂ ਗੁਰੂ ਸਾਹਿਬ ਅੱਜ ਕੱਲ ਕਰ ਰਹੇ ਨੇ ਉਹ ਦੱਸਣਾ ਚਾਹੁੰਦੇ ਹਾਂ। ਸੈਨ ਸਕੇਲਨ ਕਰ ਗਨ ਰੱਖੀ। ਵੇਖੋ ਤਾਂ ਤੁਹਾਨੂੰ ਪਤਾ ਹੀ ਹੈ ਵੀ ਉਹਨਾਂ ਨੇ ਆਪਣਾ ਦਲ ਬਣਾਇਆ ਹੈ, ਬਹੁਤ ਹੀ ਫੌਜ ਸ਼ਸਤਰਧਾਰੀ ਸੂਰਮੇ ਇਕੱਠੇ ਕਰ ਕਰਕੇ ਰੱਖੇ ਹਨ। ਰਹਿ ਛੁਪਟ ਧਨ ਕੇ ਅਬਲਾਖੀ। ਕਈ ਤਾਂ ਚਲੋ ਉਦਾਂ ਸੇਵਾ ਲਈ ਰਹਿੰਦੇ ਆ, ਕਈ ਧਨ ਦੀ ਅਬਲਾਖਾ ਨਾਲ ਸੂਰਮੇ ਤਨਖਾਹ ਲੈਣ ਦੇ ਲਈ ਰਹਿੰਦੇ ਹਨ ਦਲ ਵਿੱਚ। ਇੱਕ ਤਾਂ ਖਰਚ ਦੇਗ ਕੋ ਭਾਰੀ। ਇੱਕ ਤਾਂ ਮਾਤਾ ਜੀ ਇੱਥੇ ਰਹਿੰਦੇ ਨਹੀਂ ਜਿਹੜੇ ਸਿੱਖ ਰਹਿੰਦੇ ਹਨ ਤਾਂ ਲੰਗਰ ਦਾ ਤਾਂ ਬੜਾ ਖਰਚ ਵੱਧ ਗਿਆ ਉਦਣ ਦਾ। ਇਹ ਚੰਗੇ ਚੰਗੇ ਸਰੀਰ ਹਨ, 5-5 ਜਿਨ੍ਹਾਂ ਬੰਦਿਆਂ ਦਾ ਰਾਸ਼ਨ ਸਿਪਾਹੀ ਖਾ ਜਾਂਦਾ ਇੱਕ ਇੱਕ। ਅਨਗਨ ਕੋ ਆਹਾਰ ਹੋਏ ਤਿਆਰੀ। ਬਹੁਤ ਹੀ ਫੌਜ ਦਾ ਤਿਆਰ ਜਿਹੜਾ ਆਹਾਰ ਹੈ, ਭੋਜਨ ਹੈ ਲੰਗਰ ਵਿੱਚ ਮਾਤਾ ਜੀ ਸਵੇਰੇ ਦੁਪਹਿਰੇ ਸ਼ਾਮ ਤਿਆਰ ਹੁੰਦਾ, ਸਾਰਾ ਦਿਨ ਹੀ ਲੰਗਰ ਚੱਲਦਾ ਏ। ਜਾਮ ਨਿਸਾ ਲਗ ਜੋ ਚੱਲ ਆਵੇ। ਵੇਖੋ ਪਹਿਰ ਰਾਤ ਗਈ ਤਿਕਰ ਹੁਣ ਦੇ ਹਿਸਾਬ ਨਾਲ ਰਾਤ ਦੇ 9 ਵਜੇ ਤਿਕਰ ਜਿਹੜਾ ਵੀ ਕੋਈ ਚੱਲ ਕੇ ਆ ਜਾਂਦਾ ਹੈ। ਸਕਲ ਦੇਗ ਤੇ ਅਚ ਤ੍ਰਿਪਤਾਵੈ। ਮਾਤਾ ਜੀ ਉਹ ਸਾਰੇ ਹੀ ਲੰਗਰ ਦੇ ਵਿੱਚੋਂ ਰੱਜ ਕੇ ਭੋਜਨ ਛਕਦੇ ਹਨ। ਖਰਚਾ ਬੜਾ ਵੱਧ ਗਿਆ ਲੰਗਰ ਦਾ। ਹੁਣ ਸੁਪਟਨ ਕੋ ਦੇਨ ਸਿਮਾਹੀ। ਅਤੇ ਫੇਰ ਵੇਖੋ ਮਾਤਾ ਜੀ ਜਿਹੜੇ ਸਿਪਾਹੀ ਹਨ ਉਹਨਾਂ ਨੂੰ ਤਨਖਾਹ ਵੀ ਮਹਾਰਾਜ ਨੇ ਰੱਖ ਲਈ ਹੈ ਕਈ ਸਿੱਖਾਂ ਨੂੰ। ਬਿਨਾ ਲੀਏ ਕੋ ਰਹੇ ਨ ਪਾਹੀ। ਤੇ ਕਈ ਫਿਰ ਤਨਖਾਹ ਲਈ ਤੋਂ ਬਗੈਰ ਕੋਲ ਰਹਿੰਦੇ ਨਹੀਂ, ਉਹਨਾਂ ਨੂੰ ਤਨਖਾਹ ਵੀ ਦੇਣੀ ਪੈਂਦੀ ਹੈ, ਲੰਗਰ ਦਾ ਵੀ ਖਰਚ ਵੱਧ ਗਿਆ ਹੈ। ਰਾਜ ਦੇਸ਼ ਕੋ ਜਿਸ ਢਿਗ ਹੋਏ। ਤੇ ਫਿਰ ਮਾਤਾ ਜੀ ਜਿਹਦੇ ਕੋਲ ਕਿਸੇ ਦੇਸ਼ ਦਾ ਰਾਜ ਹੋਵੇ ਨਾ, ਕੋਈ ਮਾਮਲਾ ਆਉਂਦਾ ਹੋਵੇ, ਕੋਈ ਪਿੰਡਾਂ ਦਾ ਟੈਕਸ ਆਉਂਦਾ ਹੋਵੇ, ਇਤਨੋ ਖਰਚ ਨਿਭਾਹੈ ਸੋਈ। ਐਡਾ ਭਾਰੀ ਖਰਚ ਤਾਂ ਉਹੀ ਨਿਭਾ ਸਕਦਾ। ਆਪਣੀ ਕਿਹੜੀ ਆਮਦਨ ਹੈ ਵੀ ਕੋਈ ਰਾਜ ਦਾ ਟੈਕਸ ਨਹੀਂ ਹੈ। ਇਹਨਾਂ ਨੂੰ ਆਪਣਾ ਵੀ ਫਿਕਰ ਹੈ ਨਾ ਨਾਲ ਵੀ ਹੁਣ ਲੰਗਰ 'ਚ ਖਰਚ ਜ਼ਿਆਦਾ ਹੁੰਦਾ ਏ ਤੇ ਸਾਨੂੰ ਨਹੀਂ ਬਚਦਾ, ਜਿਹੜੀ ਅਸੀਂ ਹੇਰਾ ਫੇਰੀ ਕਰਨੀ ਸੀ ਮਸੰਦ, ਇਹਨਾਂ ਨੂੰ ਆਪਣਾ ਫਿਕਰ ਹੁੰਦਾ ਤੇ ਮਸੰਦ ਆਪਣਾ ਫਿਕਰ ਕਰਦੇ ਆ ਵੀ ਇਹ ਲੰਗਰ ਜ਼ਿਆਦਾ ਚੱਲ ਗਿਆ। ਫਿਰ ਮਹਾਰਾਜ ਮਾਤਾ ਜੀ ਵੇਖੋ ਤਨਖਾਹਾਂ ਲੈਂਦੇ ਨੇ। ਇਹ ਤਾਂ ਜੇ ਕੋਈ ਰਾਜ ਭਾਗ ਹੋਵੇ, ਕਿਸੇ ਪਿੰਡਾਂ ਦਾ ਟੈਕਸ ਕੁਝ ਮਾਮਲਾ ਆਉਂਦਾ ਹੋਵੇ, ਫੇਰ ਤਾਂ ਇੰਨਾ ਖਰਚ ਕੀਤਾ ਜਾ ਸਕਦਾ, ਝੱਲਿਆ ਜਾ ਸਕਦਾ ਹੈ। ਆਪਣੇ ਘਰ ਸਿੱਖ ਸੰਗਤ ਆਵੈ। ਆਪਣੇ ਘਰ ਤਾਂ ਵੇਖੋ ਗਰੀਬ ਗੁਰਬੇ ਗੁਰੂ ਘਰ ਦੇ ਵਿੱਚ ਸਿੱਖ ਆਉਂਦੇ ਹਨ। ਜਥਾ ਸ਼ਕਤ ਭੇਟਨ ਅਰਪਾਵੈ। ਜਿੰਨੀ ਕਿਸੇ ਦੀ ਸਮਰੱਥਾ ਹੁੰਦੀ ਉਹ ਭੇਟਾ ਵਿਚਾਰੇ ਪਿਆਰ ਨਾਲ ਇੱਥੇ ਅਰਪਣ ਕਰਦੇ ਨੇ। ਕਿਸ ਤੇ ਹੁਕਮ ਨਾ ਕਰ ਹੈ ਲੈਣਾ। ਹੁਣ ਆਪਾਂ ਕਿਸੇ ਕੋਲੋਂ ਹੁਕਮ ਕਰਕੇ ਤਾਂ ਲੈਣੋਂ ਰਹੇ ਵੀ ਅਸੀਂ ਇੰਨੇ, ਤੁਸੀਂ ਜੇ ਕੋਈ ਮਾਤਾ ਜੀ ਟਕਾ ਚੜਾਵੇ ਤੇ ਉਹਨੂੰ ਇਹ ਤਾਂ ਨਹੀਂ ਕਹਾਂ
ਕਹਾਂਗੇ ਵੀ ਮੋਹਰ ਚੜਾ ਸੋਨੇ ਦੀ ਹੁਣ। ਜਿਸ ਤੇ ਖਰਚ ਸੈਨ ਕੋ ਦੇਣਾ। ਵੀ ਅਸੀਂ ਫੌਜ ਦਾ ਖਰਚ ਚਲਾਉਣਾ, ਇਹ ਵੀ ਫੌਜ ਦੀ ਰਸਤਾਂ ਬਸਤਾਂ ਮਾਇਆ ਚਾਹੀਦੀ ਹੈ, ਵੀ ਸਾਨੂੰ ਇੰਨੀ ਹੋਈ ਮਾਇਆ ਚਾਹੀਦੀ। ਮਾਤਾ ਜੀ ਨੂੰ, ਮਾਤਾ ਗੁਜਰੀ ਜੀ ਨੂੰ ਮਸੰਤ ਇਹ ਕਹਿ ਰਹੇ ਨੇ ਵੀ ਮਾਤਾ ਜੀ ਇੰਨਾ ਖਰਚਾ ਆਪਾਂ ਹੁਣ ਸੰਗਤ ਦੇ ਕੋਲੋਂ ਕਿਤੇ ਹੁਕਮ ਕਰਕੇ ਖੋ ਕੇ ਤਾਂ ਮਾਇਆ ਲੈਣੋਂ ਰਹੇ। ਤਉ ਜ਼ਿਕਰ ਅਸ ਫਿਕਰ ਨ ਕੋਈ। ਪਰ ਫੇਰ ਵੀ ਤਉ ਜ਼ਿਕਰ ਅਸ ਫਿਕਰ ਨਾ ਕੋਈ, ਤਾਂ ਵੀ ਚੱਲੋ ਭਾਵੇਂ ਖਰਚਾ ਬਹੁਤ ਆਇਆ ਸੀ ਫੇਰ ਵੀ ਕਹਿੰਦੇ ਵੀ ਲੰਗਰਾਂ ਵਾਲੀ ਰਸਤਾ ਦਈ ਜਾਂਦੇ ਆ ਚੁੱਪ ਕਰਕੇ। ਇਹਨਾਂ ਨੂੰ ਇਹ ਵੀ ਅਸੀਂ ਦਿੰਦੇ, ਇਹ ਨਹੀਂ ਪਤਾ ਵੀ ਗੁਰੂ ਦੇ ਨਾਮ ਤੇ ਚੱਲ ਰਿਹਾ, ਪਰ ਇਹਨਾਂ ਨੂੰ ਭਰਮ ਸੰਦਾਂ ਨੂੰ ਇਹ ਪੈ ਗਿਆ। ਤਾਂ ਹੀ ਉਹ ਮਹਾਰਾਜ ਨੇ ਫਿਰ ਸਾੜੇ ਸੀ ਨਾ, ਇਹ ਸੋਚਦੇ ਵੀ ਅਸੀਂ ਵੇਖੋ ਮਾਤਾ ਜੀ ਕਿ ਜਿਵੇਂ ਕਿਵੇਂ ਕਰਕੇ ਕਹਿੰਦੇ ਖਰਚ ਸਾਰੀ ਜਾਂਦੇ ਆ, ਫੇਰ ਵੀ ਚਲੋ ਫੌਜ ਰੱਖ ਲਈ ਮਹਾਰਾਜ ਨੇ ਤਾਂ ਵੀ ਕੋਈ ਨਹੀਂ। ਲੰਗਰ ਸਾਰਾ ਦਿਨ ਇਹਨਾਂ ਕਿਹਾ ਵੀ ਚੱਲਣਾ ਚਾਹੀਦਾ, ਤਾਂ ਵੀ ਅਸੀਂ ਉਹ ਚਲਾਈ ਜਾਂਦੇ ਆ। ਰਹੇ ਵਿਚਾਰ ਨ ਆਮਦ ਸੋਈ। ਅਸੀਂ ਤਾਂ ਇਹ ਵਿਚਾਰ ਕਰਦੇ ਨਹੀਂ ਹੈ ਵੀ ਇਹ ਖਰਚ ਕਿੰਨਾ ਹੋ ਰਿਹਾ। ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਚਾਰਦੇ ਨੇ ਵੀ ਆਮਦਨੀ ਤਾਂ ਥੋੜੀ ਹੁੰਦੀ ਆ ਤੇ ਖਰਚ ਜ਼ਿਆਦਾ ਹੋ ਰਿਹਾ ਏ। ਅਸ ਦੁੰਦਬ ਕੋ ਕਹੇ ਕਰਵਾਇਓ। ਤੇ ਹੁਣ ਵੇਖੋ ਮਾਤਾ ਜੀ ਗੁਰੂ ਕਲਗੀਧਰ ਮਹਾਰਾਜ ਨੇ ਕੀ ਕੀਤਾ ਏ ਵੀ ਅਬ ਦੁੰਦਬ ਕੋ ਕਹਿ ਕਰਵਾਇਓ, ਵੀ ਹੁਣ ਨਗਾਰਾ ਕਹਿ ਕੇ ਕਢਵਾ ਲਿਆ ਹੈ, ਮਹਾਰਾਜ ਨੇ ਤਿਆਰ ਕਰਵਾਇਆ ਏ। ਤਿਆਰ ਹੋਤ ਹੈ ਸਭ ਲੱਖ ਪਾਏ। ਸਾਰਿਆਂ ਨੇ ਜਾਣ ਲਿਆ, ਤੁਹਾਨੂੰ ਨਹੀਂ ਪਤਾ ਲੱਗਾ ਵੀ ਮਹਾਰਾਜ ਨਗਾਰਾ ਵਜਾਉਣਾ ਚਾਹੁੰਦੇ ਹਨ। ਇਸ ਤੇ ਹੋਏ ਉਤਪਾਤ ਵਿਸਾਲਾ। ਇਹ ਮਾਤਾ ਜੀ ਜੇ ਗੁਰੂ ਸਾਹਿਬ ਨੇ ਨਗਾਰਾ ਵਜਾਤਾ ਤਾਂ ਅਸੀਂ ਦੱਸ ਦਿੰਨੇ ਆ ਬੜਾ ਉਤਪਾਤ, ਬੜਾ ਝਗੜਾ ਕਲੇਸ਼ ਪੈਦਾ ਹੋ ਜਾਏਗਾ। ਚੜੇ ਬਜਾਵਨ ਕਰ ਜਿਸ ਕਲ। ਜਿਸ ਸਮੇਂ ਚੜੇ ਮਹਾਰਾਜ ਘੋੜੇ ਤੇ ਨਗਾਰਾ ਸਜਾ ਕੇ ਤੇ ਜਿਸ ਸਮੇਂ ਨਗਾਰਾ ਵੱਜਿਆ, ਭੀਮ ਚੰਦ ਕਹਿਲੂਰੀ ਰਾਜਾ। ਜਿਹੜਾ ਭੀਮ ਚੰਦ ਬਿਲਾਸਪੁਰੀਆ ਕਹਿਲੂਰ ਰਿਆਸਤ ਦਾ ਪਹਾੜੀ ਰਾਜਾ ਹੈ, ਜਿਸ ਕੇ ਸੰਗ ਅਨੇਕ ਸਮਾਜ। ਜਿਸ ਦੇ ਕੋਲ ਬਹੁਤ ਹੀ ਫੌਜਾਂ ਨੇ ਤੇ ਜੰਗੀ ਸ਼ਸਤਰ ਹਨ। ਦੇਸ਼ ਵਿਸਾਲ ਰਾਜ ਕੋ ਕਰ। ਬਹੁਤ ਵੱਡੇ ਦੇਸ਼ ਦਾ ਮਾਤਾ ਜੀ ਉਹ ਰਾਜ ਭਾਗ ਕਰਦਾ ਹੈ ਭੀਮ ਚੰਦ। ਗਿਰਪਤ ਗਨ ਰਹੇ ਨਿਤ ਅਨੁਸਾਰ। ਉਹਦਾ ਆਪਣਾ ਰਾਜ ਤਾਂ ਵੱਡਾ ਹੈਗਾ ਹੀ ਆ, ਜਿਹੜੇ ਬਾਕੀ ਵੀ 22 ਰਿਆਸਤਾਂ ਦੇ 22 ਧਾਰ ਦੇ ਰਾਜੇ ਨੇ ਉਹ ਵੀ ਭੀਮ ਚੰਦ ਦੀ ਆਗਿਆ ਵਿੱਚ ਚੱਲਦੇ, ਸਮਝ ਲਓ ਵੀ ਉਹਦੇ ਨਾਲ ਦੇ ਹੀ ਹਨ ਸਾਰੇ। ਇਹ ਮਾਮੇ ਕੀ ਧੁਨ ਸੁਣੈ। ਤੇ ਜਦੋਂ ਵੱਡਾ ਨਗਾਰਾ ਮਹਾਰਾਜ ਵਜਾਉਣਗੇ ਇੱਥੇ ਤੇ ਨਗਾਰੇ ਦੀ ਧੁਨੀ ਦੀ ਆਵਾਜ਼ ਜਦੋਂ ਭੀਮ ਚੰਦ ਨੂੰ ਪਤਾ ਲੱਗੀ, ਸੁਣੀ, ਜਰਹਿ ਨਾ ਮਨ ਮਹਿ ਮਤ ਸਰ ਗੁਨੈ। ਮਾਤਾ ਜੀ ਉਹ ਜਰੂਗਾ ਨਹੀਂ, ਮਨ ਵਿੱਚ ਈਰਖਾ ਕਰੂਗਾ ਵੀ ਮੇਰੇ ਹੀ ਰਿਆਸਤ ਵਿੱਚ ਨਗਾਰਾ ਵਜਾਉਣ ਵਾਲਾ ਦੂਜਾ ਕੌਣ ਆ ਗਿਆ। ਆਪਨ ਦੇਸ਼ ਮਹਿ ਦੁੱਤ ਨਗਾਰਾ। ਆਪਣੇ ਦੇਸ਼ ਦੇ ਵਿੱਚ ਕੋਈ ਦੂਸਰਾ ਨਗਾਰਾ ਨਹੀਂ ਵੱਜਣ ਦਿੰਦਾ ਹੁੰਦਾ। ਕਿਉ ਬਾਜਨ ਦੇ ਕਰ ਹੰਕਾਰ। ਇਸ ਤਰ੍ਹਾਂ ਨਗਾਰਾ ਵੱਜਣ ਕਰਕੇ ਉਹ ਕੋ ਰਾਜ ਭਾਗ ਹੈ, ਹੰਕਾਰ ਕਰੂਗਾ, ਸਾਡੇ ਨਾਲ ਵੈਰ ਵਿਰੋਧ ਕਰੇਗਾ ਭੀਮ ਚੰਦ। ਵੈਸ ਨਵੀਨ ਗੁਰੂ ਕੀ ਅਸੀਂ ਇਸ ਕਰਕੇ ਤੁਹਾਡੇ ਕੋ ਮਾਤਾ ਜੀ ਆਏ ਹੈ ਵੀ ਤੁਹਾਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਅਜੇ ਨਵੀਨ ਹੈ। ਇਹਨਾਂ ਦੇ ਕਹਿਣ ਦਾ ਭਾਵ ਹੈ ਵੀ ਗੁਰਾਂ ਨੂੰ ਹਾਲਾਂ ਸਮਝ ਨਹੀਂ ਹੈ। ਹਟੇ ਨਹੀਂ ਔਰ ਮੈਂ ਹਟ ਗਿਆ ਹੈ। ਆਓ ਅਸੀਂ ਜਿੰਨਾ ਮਰਜੀ ਜਾ ਕੇ ਕਹਾਂਗੇ ਉਹਨਾਂ ਹਟਣਾ ਨਹੀਂ, ਹੱਠ ਕਰਨਗੇ ਨਗਾਰਾ ਵਜਾਉਣ ਵਾਸਤੇ। ਜਾਤੇ ਜਾਨੀ ਪਰੈ ਖੁਟਾਈ। ਜਾਂ ਕਰਕੇ ਇਹ ਗੱਲ ਜਾਣੀ ਪੈਂਦੀ ਹੈ ਵੀ ਹੁਣ ਖਟਾਈ ਹੋ ਜਾਏਗੀ, ਕੰਮ ਵਿਗੜ ਜਾਏਗਾ। ਸੈਲ ਪਤਨ ਸੋ ਮਚੈ ਲੜਾਈ। ਪਹਾੜੀ ਰਾਜਿਆਂ ਨਾਲ ਮਾਤਾ ਜੀ ਲੜਾਈ ਜੰਗ ਜੁੱਧ ਮਚਣ ਗਈ ਸੇ, ਨਗਾਰੇ ਵੱਜਣ ਕਰਕੇ ਲੜਾਈ ਕਲਾ ਕਲੇਸ਼ ਉੱਠੇਗਾ, ਕਿਉਂਕਿ ਇਹ ਗੱਲ ਜਾਣੀ ਪੈਂਦੀ ਹੈ ਵੀ ਜਿਹੜੇ ਪਹਾੜੀ ਰਾਜੇ ਨੇ ਉਹ ਤਾਂ ਪਹਿਲਾਂ ਹੀ ਬੜੇ ਖੋਟੇ ਹਨ। ਉਹਨਾਂ ਨੂੰ ਮੌਕਾ ਮਿਲ ਗਿਆ ਤਾਂ ਉਹਨਾਂ ਹੋਰ ਫਿਰ ਬਹਾਨਾ ਬਣਾ ਕੇ ਤੇ ਜੰਗ ਜੁੱਧ ਕਰਨਾ ਆਪਣੇ ਨਾਲ। ਸਮੇਂ ਅਨੇਕ ਉਪਾਦ ਉਠੈ ਹੈ। ਤੇ ਜੇ ਜੰਗ ਜੁੱਧ ਹੋਇਆ ਤਾਂ ਬਹੁਤ ਹੀ ਮਾਤਾ ਜੀ ਉਪਾਦ ਦੁੱਖ ਕਲੇਸ਼ ਖੜੇ ਹੋ ਜਾਣੇ, ਬਿਪਤਾ ਪੈ ਜੂਗੀ ਆਪਾਂ ਨੂੰ। ਬਾਸ ਕਰਨ ਭੀ ਸੰਸੈ ਪੈ। ਆਨੰਦਪੁਰ ਦੇ ਵਿੱਚ ਵਸਣ ਦੇ ਵਿੱਚ ਵੀ ਚਿੰਤਾ ਹੈ, ਸੰਸਾ ਹੈ ਵੀ ਆਨੰਦਪੁਰ ਕਿਵੇਂ ਵਸਾਂਗੇ। ਆਪਣੇ ਪੁੱਤਰ ਅਬੇ ਸਮਝਾਵੋ। ਤੇ ਇਸ ਕਰਕੇ ਬੇਨਤੀ ਹੈ ਮਾਤਾ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਹੁਣੇ ਹੀ ਮੌਕਾ ਹੈ, ਸਮਝਾ ਦਿਓ ਵੀ ਨਗਾਰਾ ਨਹੀਂ ਪੁੱਤ ਵਜਾਉਣਾ ਆਪਾਂ। ਦੁੰਦਬ ਬਜੇ ਬਾਜੇ ਨਹੀਂ ਹਟਾਵੋ। ਹਾਂ ਇਸ ਤਰ੍ਹਾਂ ਕਹਿ ਕੇ ਰੋਕ ਦਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਜਿਵੇਂ ਨਗਾਰਾ ਨਾ ਵੱਜੇ ਤੇ ਨਾ ਕੋਈ
ਕਲੇ ਕਲੇਸ਼ ਪਵੇ। ਬੜੇ ਗੁਰੂ ਖਸ਼ਟਮ ਰਨ ਕੀਨ। ਵੇਖੋ ਮਾਤਾ ਜੀ, ਵੱਡੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੰਗ ਯੁੱਧ ਕੀਤੇ ਸਨ। ਬਾਸ ਸੁਦਾਸਰ ਕੋ ਤਜ ਦੀਨ। ਤੇ ਉਹ ਜੰਗ ਯੁੱਧ ਦੇ ਕਰਕੇ ਮਸੰਦ ਕਹਿੰਦੇ ਅੰਮ੍ਰਿਤਸਰ ਸਾਹਿਬ ਨੂੰ ਛੱਡਣਾ ਹੀ ਪਿਆ ਨਾ, ਉੱਥੇ ਨਿਵਾਸ ਨਹੀਂ ਰੱਖਿਆ। ਸੰਕਟ ਭਏ ਅਨੇਕ ਪ੍ਰਕਾਰ। ਆਏ ਮਾਤਾ ਜੀ ਨੂੰ ਮੈਂ ਡਰਾਉਣ ਵਾਸਤੇ ਨਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ, ਕਹਿੰਦੇ ਵੀ ਅਨੇਕ ਤਰ੍ਹਾਂ ਦੇ ਸੰਕਟ ਅੰਮ੍ਰਿਤਸਰ ਸਾਹਿਬ ਤੋਂ ਨਿਕਲਣ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਏ ਨੇ। ਇਹ ਗੱਲ ਨਹੀਂ ਦੱਸਦੇ ਵੀ ਗੁਰੂ ਹਰਗੋਬਿੰਦ ਸਾਹਿਬ ਅੱਗੇ ਦਿੱਲੀ ਦਾ ਤਖਤ ਵੀ ਝੁਕ ਗਿਆ ਸੀ, ਪਰ ਜੰਗ ਕਰਨ ਸਮੇਂ ਕੁਝ ਖੇਡਾਂ ਦਾ ਕਰਨੀਆਂ ਪੈਂਦੀਆਂ ਫਿਰ, ਤੇ ਉਹ ਦੱਸਦੇ ਨੇ ਜਿਹੜੀਆਂ ਗੱਲਾਂ ਡਰਾਉਣ ਵਾਲੀਆਂ। ਮਾਤਾ ਜੀ ਵੇਖੋ, ਗੁਰੂ ਹਰਗੋਬਿੰਦ ਸਾਹਿਬ ਜੰਗ ਕਰਦੇ ਸਨ, ਅੰਮ੍ਰਿਤਸਰ ਸਾਹਿਬ ਛੱਡਣਾ ਪਿਆ, ਕਿੰਨੀਆਂ ਮੁਸ਼ਕਲਾਂ ਆਈਆਂ। ਸੁਣੇ ਪਿਖੇ ਤੁਮ ਨੇ ਬਹੁ ਬਾਰੀ। ਨਾਲੇ ਤੁਹਾਨੂੰ ਅਸੀਂ ਕਹਿ ਕੇ ਕੀ ਦਸੀਏ, ਤੁਸੀਂ ਸਾਰਾ ਕੁਝ ਸੁਣਿਆ ਹੀ ਆ, ਕਰਤਾਰਪੁਰ ਸਾਹਿਬ ਅੱਖੀਂ ਵੇਖਿਆ ਹੀ ਆ ਆਪਣੇ, ਤੁਸੀਂ ਉਦੋਂ ਆ ਹੀ ਗਏ ਸੀ ਗੁਰੂ ਘਰ ਦੇ ਵਿੱਚ, ਸਾਰਾ ਕੁਝ ਤੁਸੀਂ ਆਪਣੀ ਸੱਸ ਮਾਤਾ ਕੋਲ ਸੁਣਿਆ ਵੀ ਆ, ਅੱਖੀਂ ਵੇਖਿਆ ਵੀ ਆ ਵੀ ਕਿੰਨੇ ਬਖੇੜੇ ਪਏ ਸਨ। ਦੇਸ਼ ਕਾਲ ਕੀ ਗਿਆਤਾਵਾਨ। ਤੇ ਮਾਤਾ ਜੀ ਤੁਸੀਂ ਦੇਸ਼ ਦੀ ਵੀ ਸਮਝ ਰੱਖਦੇ ਹੋ, ਸਮੇਂ ਦੇ ਵੀ ਗਿਆਤਾਵਾਨ ਹੋ, ਭਾਵ ਕਿ ਦੇਸ਼ ਪਹਾੜੀਆਂ ਦਾ ਹੈ ਤੇ ਪਹਾੜੀ ਖੋਟੇ ਨੇ, ਇਹ ਵੀ ਤੁਸੀਂ ਸਮਝ ਰੱਖਦੇ ਹੋ। ਤੇ ਸਮਾਂ ਜਿਹੜਾ ਹੈ ਨਾ, ਇਹ ਉੱਤੇ ਦਿੱਲੀ ਵਿੱਚ ਵੀ ਇਹ ਰਾਜ ਤੁਰਕਾਂ ਦਾ ਏ, ਤੇ ਤੁਰਕਾਂ ਦੇ ਨਾਲ ਇਹਨਾਂ ਪਹਾੜੀ ਰਾਜਿਆਂ ਦੀ ਚੰਗੀ ਸਾਂਠ ਗਾਂਠ ਹੈ। ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਵੀ ਜਿਹੜਾ ਸਮਾਂ ਹੈ, ਜਿਹੜਾ ਦੇਸ਼ ਹੈ, ਇਹ ਪਹਾੜੀ ਰਾਜੇ ਅਤੇ ਤੁਰਕਾਂ ਦਾ ਹੈ। ਵਰਜੋ ਸਤਿਗੁਰ ਮ੍ਰਿਦਲ ਬਖਾਨ। ਇਸ ਕਰਕੇ ਪਿਆਰ ਦੇ ਬਚਨ ਕਹਿ ਕੇ ਜਿਵੇਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਵਰਜਦੇ ਹੋ ਵੀ ਤੁਸੀਂ ਨਗਾਰਾ ਨਹੀਂ ਖੜਕਾਉਣਾ। ਅਪਰ ਬਿਲਾਸ ਕਰਹਿ ਮਨ ਭਾਈ। ਹਾਂ, ਹੋਰ ਬਾਕੀ ਮਨ ਭਾਉਂਦੇ ਬਿਲਾਸ ਜਿਵੇਂ ਕਰਦੇ ਆ ਕਰੀ ਜਾਣ, ਪਰ ਨਗਾਰਾ ਨਾ ਵਜਾਉਣ। ਪਰਹਿ ਬਖੇਰਾ ਦੇਹੋ ਹਟਾਏ। ਤੇ ਮਾਤਾ ਜੀ ਤੁਸੀਂ ਹਟਾ ਦਿਓ, ਜਿਵੇਂ ਕਿਵੇਂ ਕਹਿ ਕੇ ਨਗਾਰਾ ਵੱਜ ਗਿਆ ਤੇ ਬਖੇੜਾ ਪੈ ਜੂ, ਝਗੜੇ ਪੈ ਜਾਣਗੇ, ਨਹੀਂ ਜਰਿਆ ਜਾਣਾ ਪਹਾੜੀਆਂ ਦੇ ਕੋਲੋਂ। ਸੁਖ ਸੋ ਬਸੋ ਆਪਣੇ ਪੁਰ ਮੈਂ। ਆਪਣੇ ਨਗਰ ਆਨੰਦਪੁਰ ਦੇ ਵਿੱਚ ਸੁੱਖ ਨਾਲ ਵਸੋਗੇ ਜੇ ਤੁਸੀਂ ਇਹ ਨਗਾਰੇ ਵਾਲਾ ਕੰਮ ਰੋਕ ਦੋਗੇ, ਆਪਣੇ ਸਾਹਿਬਜ਼ਾਦੇ ਨੂੰ ਗੁਰਾਂ ਨੂੰ ਕਹਿ ਕੇ। ਨੀਕੀ ਕਰੋ ਵਿਚਾਰਨ ਔਰ ਮੈਂ। ਬਾਕੀ ਮਾਤਾ ਜੀ ਤੁਸੀਂ ਵੀ ਆਪਣੇ ਦਿਲ ਵਿੱਚ ਚੰਗੀ ਵਿਚਾਰ ਕਰਕੇ ਵੇਖੋ, ਸਿਆਣੇ ਹੀ ਹੋ, ਤੁਹਾਨੂੰ ਕਹਿਣ ਦੀ ਕੀ ਲੋੜ ਹੈ। ਸੁਨਤ ਮਸੰਤਨ ਕੀ ਅਸਬਾਨ। ਇਸ ਤਰ੍ਹਾਂ ਕਾਇਰ ਭਰੀ ਗੱਲ ਮਸੰਦਾਂ ਦੀ ਸੁਣ ਕਰਕੇ, ਕਿਉਂਕਿ ਕਾਇਰਤਾ ਜਿਹੜੀ ਇਹੀ ਕੱਢਣ ਆਏ ਮਹਾਰਾਜ। ਹੁਣ ਵੀ ਬੜੇ ਜਿਹੜੇ ਨਾ ਕਾਇਰਪੁਣਾ, ਜਿਹੜਾ ਕਾਇਰ ਬੜੇ ਜੰਮਦੇ ਨੇ ਹੁਣ ਵੀ ਸਿੱਖਾਂ ਦੇ ਘਰ ਦੇ ਵਿੱਚ। ਉਹ ਕੋਈ ਵੀ ਐਵੇਂ ਸ਼ਸਤਰ ਦੇ ਖੜਕੇ ਦੜਕੇ ਦੀ ਗੱਲ ਹੋਵੇ, ਉਹ ਬਸ ਐ ਠਿੰਬਰ ਹੀ ਜਾਂਦੇ ਹਨ, ਉਹਨਾਂ ਨੂੰ ਆਪਣਾ ਖਾਣ ਪੀਣ ਦਾ ਚੇਤਾ ਆ ਜਾਂਦਾ ਵੀ ਇਹ ਵਿਗੜ ਜੂ ਕੰਮ। ਇਹ ਤਾਂ ਸਾਧ ਸੰਗਤ ਜੇ ਅਣਖ ਨਾਲ ਜੀਣਾ ਹੈ ਨਾ, ਤਾਂ ਅਣਖੀ ਜੀਵਨ ਤੇ ਇਦਾਂ ਹੀ ਆਉਂਦਾ ਹੈ। ਜਿਵੇਂ ਹਨੇਰ ਆਉਂਦਾ ਨਾ ਜਦੋਂ ਤੇਜ਼, ਤਾਂ ਜਿਹੜੇ ਹੁੰਦੇ ਨਾ ਵੱਡੇ ਵੱਡੇ ਰੁੱਖ, ਉਹ ਡਿੱਗ ਤਾਂ ਜਾਂਦੇ ਨੇ, ਟੁੱਟ ਤਾਂ ਜਾਂਦੇ ਨੇ, ਪਰ ਝੁਕਦੇ ਨਹੀਂ ਆ। ਜਿਹੜਾ ਹੁੰਦਾ ਨਾ ਘਾਹ, ਉਹ ਝੁਕ ਜਾਂਦਾ ਏ, ਸਮਾਂ ਆਏ ਤੋਂ ਹਨੇਰੀ ਹਟੀ ਤੋਂ ਫਿਰ ਸਿੱਧਾ ਹੋ ਜਾਂਦਾ। ਉਹਦੇ ਮੌਕਾ ਪ੍ਰਸਤ ਲੋਕ ਇੱਕ ਸੂਰਮੇ ਹੁੰਦੇ, ਉਹ ਇਹ ਨਹੀਂ ਵੇਖਦੇ ਵੀ ਸਾਹਮਣੇ ਵਾਲੇ ਦੀ ਤਾਕਤ ਕਿੰਨੀ ਆ, ਉਹ ਬਸ ਵੇਖਦੇ ਵੀ ਸਾਡਾ ਧਰਮ ਹੈ, ਵੀ ਵਾਅਦਾ ਕਰਨਾ ਨਹੀਂ, ਕਿਸੇ ਦਾ ਜਰਨਾ ਨਹੀਂ। ਉਹ ਅੜ ਜਾਂਦੇ ਨੇ, ਟੁੱਟ ਜਾਂਦੇ, ਸ਼ਹੀਦ ਹੋ ਜਾਂਦੇ ਨੇ, ਪਰ ਕਿਸੇ ਅੱਗੇ ਝੁਕਦੇ ਨਹੀਂ। ਇੱਕ ਉਹ ਲੋਕ ਹੁੰਦੇ ਆ ਘਾਰ ਅੱਗੇ ਮੌਕਾ ਵੇਖ ਲੈਂਦੇ ਨੇ, ਫਿਰ ਖੁੱਡਾਂ 'ਚੋਂ ਬਾਹਰ ਨਿਕਲ ਆਉਂਦੇ ਤੇ ਪੰਥ ਗੁੱਜਣ ਲੱਗ ਪੈਂਦੇ ਆ। ਉਹੀ ਲੋਕ 84 ਦੇ ਵੇਲੇ ਤੋਂ ਵੀ ਜੇ ਗੱਲ ਕਰੀਏ, ਜਿਹੜੇ ਤੇ ਸੂਰਮੇ ਸੀ ਉਹ ਤਾਂ ਸ਼ਹੀਦ ਹੋ ਗਏ ਸਾਰੇ। ਕੁਝ ਚਲੋ ਰੱਬੀ ਕੈਦਾਂ ਕੱਟ ਕੇ ਆਏ, ਬਚ ਗਏ, ਕੈਦ ਕੱਟੀਆਂ ਲੰਮੀਆਂ ਲੰਮੀਆਂ, ਉਹ ਵੀ ਸੂਰਮੇ। ਪਰ ਬਹੁਤੇ ਜਿਹੜੇ ਜਿਨ੍ਹਾਂ ਨਾਲ ਕੈਦ ਕੱਟੀ ਪੰਥ ਵਾਸਤੇ, ਨਾ ਸ਼ਹੀਦੀ ਹੋਈ, ਉਹ ਇੱਧਰਲੇ ਬੰਨੇ ਕੁਝ ਵੀ ਨਹੀਂ ਹੋਇਆ, ਪਰ ਉਹਨਾਂ ਦੀਆਂ ਜ਼ਮੀਨਾਂ, ਕੋਠੀਆਂ, ਕਾਰਾਂ, ਕਾਰੋਬਾਰ ਵੱਧ ਗਏ। ਇਹੋ ਜਿਹੇ ਬੜੇ ਠੇਕੇਦਾਰ ਜਿਹੜੇ ਘਾਹ ਵਾਂਗ ਮੌਕਾ ਵੇਖ ਕੇ ਖੁੱਡੋਂ ਨਿਕਲ ਆਉਂਦੇ, ਫਿਰ ਖੁੱਡ 'ਚ ਵੜ ਜਾਂਦੇ ਆ। ਪਰ ਇਹ ਅਣਖੀ ਜੀਵਨ ਖਾਲਸੇ ਦਾ ਜੀਵਨ ਨਹੀਂ। ਬਸੰਤ ਚਾਹੁੰਦੇ ਆ ਵੀ ਚੁੱਪ ਚਪੀਤੇ ਇੱਥੇ ਕੰਮ ਕਰੀਏ, ਜਿਵੇਂ ਦੁਕਾਨਦਾਰ ਨੂੰ ਡਰ ਹੁੰਦਾ ਵੀ ਕਾਰੋਬਾਰ ਚਲਾਈਏ। ਤੇ ਮਾਤਾ ਜੀ ਨੂੰ ਕਹਿੰਦੇ, ਮਾਤਾ ਜੀ ਨਗਾਰਾ ਨਾ ਵੱਜੇ, ਇਹੋ ਜਿਹਾ ਯਤਨ ਕਰੋ। ਬਾਕੀ ਤੁਸੀਂ ਸਿਆਣੇ ਹੋ, ਆਪ ਗੁਰੂ ਸਾਹਿਬ ਜੀ ਨੂੰ ਸਮਝਾ ਦਿਓ,
ਜਦੋਂ ਮਸੰਦਾਂ ਦੀਆਂ ਇਹੋ ਜਿਹੀਆਂ ਕਾਇਰਤਾ ਭਰਪੂਰ ਗੱਲਾਂ ਸੁਣੀਆਂ। ਸ੍ਰੀ ਗੁਜਰੀ ਚਿਤ ਚਿੰਤਾ ਆ ਠਾਨੀ। ਮਾਂ ਹੈ, ਮਾਂ ਦਾ ਦਿਲ ਇਦਾਂ ਦਾ ਹੁੰਦਾ, ਉਹ ਮਾਤਾ ਤਾਂ ਡਰ ਗਈ ਇਹਨਾਂ ਦੀਆਂ ਗੱਲਾਂ ਸੁਣ ਕੇ, ਚਿੰਤਾ ਕੀਤੀ, ਫਿਕਰ ਕੀਤਾ ਵੀ ਇਹ ਗੱਲ ਸਹੀ ਕਹਿ ਰਹੇ ਨੇ। ਆਸ਼ੀ ਕਹੇ ਨ ਬਨਹਿ ਦਮਾਮਾ। ਇਹ ਚੰਗੀ ਗੱਲ ਕਹਿੰਦੇ ਵੀ ਨਗਾਰਾ ਬਣਨਾ ਤੇ ਵੱਜਣਾ ਨਹੀਂ ਚਾਹੀਦਾ। ਵਧੇ ਬਖੇਰਾ ਸੰਕਟ ਆ ਧਾਮਾ। ਨਹੀਂ ਤਾਂ ਇਹ ਬਖੇੜਾ ਵਾਜੂਗਾ, ਨਗਾਰਾ ਕਾਹਦਾ, ਇਹ ਤਾਂ ਲੜਾਈ ਦਾ ਘਰ ਬਣ ਜੂਗਾ। ਮੌਨ ਠਾਨ ਕਰ ਕੇਤਕ ਸਮੈ। ਕੁਝ ਸਮਾਂ ਮਾਤਾ ਜੀ ਚੁੱਪ ਹੀ ਰਹੇ। ਪਨਿਓ ਮਸੰਦਨ ਸੋ ਮਨ ਗਮੈ। ਆ ਫਿਰ ਗਮਗੀਨ ਹੋਇਆ ਨੇ, ਚਿੰਤਾ ਸਹਿਤ ਮਾਤਾ ਗੁਜਰੀ ਜੀ ਨੇ ਮਸੰਦਾਂ ਨੂੰ ਕਿਹਾ। ਬਰਜੋ ਮੈਂ ਸੁਤ ਨਿਕਟ ਕਹਿਣ ਹਕਾਰ। ਲੱਗੇ ਠੀਕ ਆ, ਜਿਵੇਂ ਮਸੰਦੋ ਤੁਸੀਂ ਕਹਿੰਦੇ ਹੋ ਨਾ, ਮੈਂ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਵਰਜਾਂਗੀ, ਕੋਲ ਸੱਦ ਕੇ ਸਮਝਾਵਾਂਗੀ, ਕਹਾਂਗੀ ਵੀ ਪੁੱਤਰ ਜੀ ਏਦਾਂ ਨਾ ਕਰੋ। ਕਸ਼ਟਮ ਗੁਰੂ ਪਰ ਸੰਗ ਉਚਾਰ। ਛੇਵੇਂ ਗੁਰਾਂ ਦੀਆਂ ਸਾਖੀਆਂ ਕਹਿ ਕਹਿ ਕੇ ਸੁਣਾਵਾਂਗੀ ਵੀ ਵੇਖੋ ਉਹਨਾਂ ਨੂੰ ਕਿੰਨੀ ਬਿਪਤਾ ਪਈ, ਕਿੰਨੇ ਜੰਗ ਜੁੱਧ ਕੀਤੇ। ਜਿਤ ਸਮੀਪੀ ਬੈਠਨ ਹਾਰੇ। ਫਿਰ ਮਾਤਾ ਜੀ ਕਹਿੰਦੇ ਮਸੰਦੋ, ਜਿੰਨੇ ਵੀ ਮਹਾਰਾਜ ਦੇ ਕੋਲ ਬੈਠਣ ਵਾਲੇ ਨੇ ਨਾ, ਹਰ ਸਮੇਂ ਕੋਲ ਰਹਿੰਦੇ ਹਨ, ਸਮਝਦੇ ਹੋ ਸਮਝਾਏ ਵਿਚਾਰ। ਉਹਨਾਂ ਸਾਰਿਆਂ ਨੂੰ ਵੀ ਮੈਂ ਕੋਲ ਸੱਦ ਕੇ ਆਪਣੀ ਵਿਚਾਰ ਦੇ ਹਿਸਾਬ ਨਾਲ ਸਮਝਾ ਕੇ ਸਮਝ ਦਵਾਂਗੀ ਵੀ ਤੁਸੀਂ ਵੀ ਜੰਗ ਯੁੱਧ ਵਾਲੇ ਪਾਸੇ ਦੀਆਂ ਗੱਲਾਂ ਨਾ ਕਰਿਆ ਕਰੋ। ਗਾਰਤ ਸ਼ਾਹ ਦੇਨ ਕੀ ਗਰਥਾ। ਵੀ ਜਿਵੇਂ ਬਹੁਤਾ ਜੰਗ ਯੁੱਧ ਦੀਆਂ ਗੱਲਾਂ ਸੁਣਾ ਕੇ ਤੇ ਜੰਗ ਕਰਨ ਦੀ ਜਿਹੜੀ ਕੋਈ ਸਾਖੀ ਸੁਣਾਉਂਦੇ ਨੇ ਨਾ ਮਹਾਰਾਜ ਦੇ ਲਾਗੇ ਬੈਠ ਕੇ, ਕਰੋ ਨਾ ਸਾਹਿਬ ਜ਼ਾਦੇ ਸੱਤ। ਮਾਤਾ ਜੀ ਕਹਿੰਦੇ ਉਹਨਾਂ ਨੂੰ ਵੀ ਮੈਂ ਕੋਲ ਸੱਦ ਕੇ ਕਹਿ ਦੂੰਗੀ ਵੀ ਤੁਸੀਂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਗੇ ਜੰਗ ਦੀਆਂ ਕੋਈ ਬਹੁਤੀਆਂ ਸਾਖੀਆਂ ਨਾ ਸੁਣਾਇਆ ਕਰੋ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਵੇਂ ਜੰਗ ਕੀਤੇ। ਨਿਜ ਭਰਾਤਾ ਕੋ ਅਬਹਿ ਹਕਾਰ। ਆਪਣੇ ਭਰਾ ਨੂੰ, ਜੋ ਕਿਰਪਾਲ ਚੰਦ ਜੀ ਮਾਤਾ ਗੁਜਰੀ ਜੀ ਦੇ ਭਰਾ ਸਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੇ ਕੋਲ ਵੀ ਦਰਸ਼ਨ ਕੀਤੇ ਇਹਨਾਂ ਨੇ। 7ਵੇਂ ਪਾਤਸ਼ਾਹ ਜੀ ਦਲ ਦੇ ਵਿੱਚ ਵੀ ਇਹ ਜਥੇਦਾਰ ਰਹੇ। ਤੇ ਮਾਤਾ ਜੀ ਕਹਿੰਦੇ ਪਹਿਲਾਂ ਤਾਂ ਮੈਂ ਆਪਣੇ ਭਰਾ ਕਿਰਪਾਲ ਚੰਦ ਨੂੰ ਹੀ ਸੱਦ ਕੇ ਕਹਿੰਦੀ ਆ ਵੀ ਇਹ ਜੰਗ ਜੋਧੀਆਂ ਗੱਲਾਂ ਨਾ ਕਰਿਆ ਕਰੋ ਗੁਰੂ ਲਾਗੇ। ਇਨ ਬਾਤਨ ਤੇ ਕਹਿ ਹਟਕਾਰ। ਸਗੋਂ ਇਹੋ ਜੀਆਂ ਗੱਲਾਂ ਜੇ ਕੋਈ ਹੋਰ ਕਰਦਾ ਏ ਤਾਂ ਤੁਸੀਂ ਕਹਿ ਕੇ ਰੋਕ ਦਿਓ, ਹਟਾ ਦਿਓ ਵੀ ਜੰਗ ਦੀ ਗੱਲ ਤਾਂ ਬਿਲਕੁਲ ਨਹੀਂ ਕਰਨੀ। ਗੁਰ ਨ ਭਾਣਜੇ ਤਿਨ ਸਮਝਾਓ। ਫਿਰ ਮਾਤਾ ਗੁਜਰੀ ਜੀ ਮਸੰਦਾਂ ਨੂੰ ਭਰੋਸਾ ਦਿੰਦੇ ਆ ਵੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਾਣਜੇ ਨੇ, ਸੰਗੋ ਸ਼ਾਹ, ਜੀਤ ਮੱਲ, ਮਾਹਰੀ ਚੰਦ ਆਦਿਕ, ਇਹਨਾਂ ਪੰਜਾਂ ਨੂੰ ਵੀ ਮੈਂ ਕੋਲ ਸੱਦ ਕੇ ਚੰਗੀ ਤਰ੍ਹਾਂ ਸਮਝਾਵਾਂਗੀ। ਨਹੀਂ ਜੰਗ ਕੇ ਜ਼ਿਕਰ ਚਲਾਓ। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਗੇ ਕਦੀ ਵੀ ਜੰਗ ਯੁੱਧ ਦੇ ਜ਼ਿਕਰ ਨਹੀਂ ਕਰਨੇ ਤੁਸੀਂ, ਕਿਉਂਕਿ ਉਹਨਾਂ ਨੂੰ ਸਾਰਾ ਪਤਾ। ਬੀਬੀ ਵੀਰੋ ਨੇ ਸਭ ਵੇਖਿਆ ਸਮਾਂ, ਉਹ ਆਪਣੇ ਪੁੱਤਾਂ ਨੂੰ ਸਾਰਾ ਕੁਝ ਦੱਸਿਆ, ਉਹ ਮਹਾਰਾਜ ਨੂੰ ਦੱਸਦੇ ਆ। ਗੁਰੂ ਸਾਹਿਬ ਸੁਣ ਸੁਣ ਕੇ ਖੁਸ਼ ਹੁੰਦੇ ਆ ਵੀ ਅੰਮ੍ਰਿਤਸਰ ਵਿੱਚ ਐਵੇਂ 6ਵੇਂ ਪਾਤਸ਼ਾਹ ਨੇ ਜੰਗ ਕੀਤਾ, ਮਹਾਰਾਜ ਵਿੱਚ ਐਵੇਂ ਕੀਤਾ, ਹਰਗੋਬਿੰਦਪੁਰੇ ਦੀ ਜੁੱਧ ਐਵੇਂ ਹੋਈ, ਕਰਤਾਰਪੁਰ ਐਵੇਂ ਦੁਸ਼ਟ ਮਾਰੇ। ਇਹੋ ਜਿਹੀਆਂ ਸਾਖੀਆਂ ਉਹ ਸੁਣਾਉਂਦੇ ਨੇ। ਮਾਤਾ ਕਹਿੰਦੀ ਮੈਂ ਕਹਿ ਕਹਿ ਕੇ ਉਹਨਾਂ ਨੂੰ ਹਟਾ ਦਾਂਗੀ ਵੀ ਗੁਰੂ ਕਲਗੀਧਰ ਨੂੰ ਜੰਗ ਦੀਆਂ ਗੱਲਾਂ ਦੱਸਣੀਆਂ ਹੀ ਨਹੀਂ ਹਨ। ਸ਼ਿਕਾਰ ਨਾ ਦੂਰ ਸਿਧਾ। ਫਿਰ ਸ਼ਿਕਾਰ ਖੇਡਣ ਵੀ ਜਦੋਂ ਜਾਓ ਤਾਂ ਦੂਰ ਨਹੀਂ ਆਨੰਦਪੁਰ ਤੋਂ ਜਾਣਾ, ਨੇੜੇ ਨੇੜੇ ਬਸ ਉੱਥੇ ਖੇਡ ਆਵੋ। ਚਿਤ ਪਰਚਾਏ ਸਦਨ ਕੋ ਲਿਆਓ। ਉਹਨਾਂ ਨੂੰ ਮੈਂ ਕਹਾਂਗੀ ਵੀ ਮਹਾਰਾਜ ਦਾ ਚਿੱਤ ਪਰਚਾ ਕੇ ਥੋੜਾ ਜਿਹਾ ਸ਼ਿਕਾਰ ਖੇਡ ਖੂੜ ਕੇ ਵਾਪਸ ਆਨੰਦਪੁਰ ਲੈ ਆਇਆ ਕਰੋ। ਜਿਉਂ ਕਿਉਂ ਕਰ ਬਰ ਜੋ ਇਸ ਬਾਤੀ। ਮਾਤਾ ਗੁਜਰੀ ਕਹਿੰਦੀ ਮੈਂ ਉਹਨਾਂ ਨੂੰ ਤਕੀਦ ਕਰੂੰ। ਕਿਰਪਾਲ ਚੰਦ ਹੋਏ ਆ, ਪੰਜੇ ਭਰਾ ਹੋਏ, ਹੋਰ ਜਿਹੜੇ ਕੋਈ ਨੇੜੇ ਰਹਿਣ ਵਾਲੇ ਗੁਰਸਿੱਖ ਨੇ, ਵੀ ਜਿਵੇਂ ਕਿਵੇਂ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਨਗਾਰਾ ਵਜਾਉਣ ਵੱਲੋਂ ਹਟਾ ਦਿਆਂਗੀ, ਵਰਜ ਦਿਆਂਗੀ। ਤੇ ਉਹਨਾਂ ਨੂੰ ਕਹਾਂਗੀ ਤੁਸੀਂ ਜਾ ਕੇ ਰੋਕੋ। ਕਿਰਪਾਲ ਚੰਦ ਨੂੰ ਕਹੂੰ, ਨਾ ਪੰਜਾਂ ਭਣੇਵਿਆਂ ਨੂੰ ਕਹੂੰ ਵੀ ਤੁਸੀਂ ਰੋਕੋ ਜਾ ਕਰਕੇ ਮਹਾਰਾਜ ਨੂੰ ਵੀ ਨਗਾਰਾ ਨਾ ਵਜਾਉਣ। ਨਾਹਕ ਬਨਹੁ ਕਹਾਂ ਉਤਪਾਤੀ। ਕਿਉਂਕਿ ਇਹ ਗੱਲ ਮਹਾਰਾਜ ਸਾਹਿਬ ਦੇ ਕੰਨਾਂ ਤਾਈਂ ਪਹੁੰਚੇ ਵੀ ਨਾਹਕ ਬਿਨਾਂ ਕਾਰਨ ਕਾਹਦੇ ਵਾਸਤੇ ਝਗੜਾ ਮੁੱਲ ਲੈਣਾ ਹੈ, ਲੜਾਈ ਦਾ ਕਾਰਨ ਬਣੂਗਾ ਨਗਾਰਾ। ਸੁਪਟ ਰਖੇ ਤੋਂ ਰੱਖੋ ਤੈਸੇ। ਸੂਰਮੇ ਰੱਖੇ ਹਨ ਤਾਂ ਮਹਾਰਾਜ ਉਸੇ ਤਰ੍ਹਾਂ ਰੱਖੀ ਲਓ, ਸਿਪਾਹੀ ਰੱਖੇ ਨੇ ਤਾਂ ਕੋਈ ਗੱਲ ਨਹੀਂ। ਖਰਚਨ ਕਰਹਿ ਆਏ ਧਨ ਜੈਸੇ। ਜਿਵੇਂ ਧਨ ਆਉਂਦਾ ਹੈ, ਜਿਵੇਂ ਚੜਾਵਾ ਆਉਂਦਾ ਹੈ, ਉਸੇ ਤਰ੍ਹਾਂ ਹੀ ਖਰਚੀ ਜਾਵੋ। ਨਹਿ ਰਾਜਨ ਸੋ ਪਰੈ ਬਿਗਾਰ। ਬਸ ਮਾਤਾ ਕਹਿੰਦੀ ਹੈ ਮਸੰਦਾਂ ਨੂੰ ਵੀ ਮੈਂ ਇਹ ਗੱਲ ਗੁਰੂ ਸਾਹਿਬ ਨੂੰ ਆਪ ਵੀ ਕਹਾਂਗੀ, ਹੋਰਾਂ ਕੋਲੋਂ ਕਹਾਵਾਂਗੀ ਵੀ ਮਹਾਰਾਜ ਫੌਜ ਰੱਖੀ ਹੈ ਤਾਂ ਰੱਖੀ ਰੱਖੋ,
ਧਨ ਜਿੰਨਾ ਹੁੰਦਾ ਖਰਚਣਾ ਇਹਦਾ ਖਰਚੀ ਜਾਓ, ਪਰ ਇੰਨਾ ਕੁ ਖਿਆਲ ਰੱਖੋ ਵੀ ਜਿਵੇਂ 22 ਧਾਰ ਦੇ ਰਾਜਿਆਂ ਨਾਲ ਵਿਗਾੜ ਨਾ ਪੈ ਜਾਵੇ, ਉਹ ਕੰਮ ਨਾ ਕਰਿਓ। ਮਾਲਕ ਦੇਸ਼ਨ ਕੇ ਦਲ ਭਾਰ, ਕਿਉਂਕਿ ਉਹ ਸਭ ਦੇਸ਼ਾਂ ਦੇ ਮਾਲਕ ਨੇ, ਪਹਾੜੀ ਰਾਜੇ, ਉਹਨਾਂ ਕੋਲ ਤਾਂ ਭਾਰੀ ਫੌਜਾਂ ਹਨ, ਆਪਾਂ ਉਹਨਾਂ ਦੇ ਸਾਹਮਣੇ ਕਿਵੇਂ ਲੜ ਸਕਦੇ ਆ। ਸੁਨਤ ਮਾਤ ਤੇ ਭਨਹਿ ਮਸੰਦ, ਮਾਤਾ ਕੋ ਸੁਣ ਕੇ ਮਸੰਦ ਕਹਿਣ ਲੱਗੇ, ਹਿਮ ਸਮਝਾਵੋ ਸਤਿਗੁਰ ਨੰਦ। ਕਹਿੰਦੇ ਹਾਂ ਮਾਤਾ ਜੀ ਬਿਲਕੁਲ ਠੀਕ, ਜਿਵੇਂ ਤੁਸੀਂ ਕਹਿੰਦੇ ਇਸੇ ਤਰ੍ਹਾਂ ਹੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਲ ਸੱਦ ਕੇ ਸਮਝਾਵੋ, ਤੇ ਹੋਰ ਵੀ ਤੁਹਾਨੂੰ ਕੁਝ ਗੱਲਾਂ ਦੱਸਦੇ ਆ, ਉਹ ਵੀ ਨਾਲ ਕਰ ਲਿਓ। ਹਮ ਹੈ ਪੂਜ ਸਕਲ ਜਗ ਕੇਰੇ, ਉਹ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਤੁਸੀਂ ਆਪ ਵੀ ਕਹੋ ਵੀ ਇਹ ਪੁੱਤਰ ਆਪਾਂ ਸਾਰੇ ਜਗਤ ਦੇ ਪੂਜਨੀਕ ਆ, ਸਾਨੂੰ ਸਾਰੇ ਹੀ ਪੂਜਦੇ ਹਨ, ਸਾਰੇ ਹੀ ਮੰਨਦੇ ਹਨ। ਸਮਤਾ ਦ੍ਰਿਸ਼ਟਨ ਸਭਨ ਪਰ ਹੇਰੇ, ਇਹ ਤੁਸੀਂ ਸਾਰਿਆਂ ਨੂੰ ਸਮਾਨ ਦ੍ਰਿਸ਼ਟੀ ਨਾਲ ਵੇਖੋ, ਵੀ ਕਿਸੇ ਨੂੰ ਵੀ ਕੋਈ ਬਗਾਨਾ ਨਾ ਜਾਣੇ। ਪਹਾੜੀ ਰਾਜੇ ਵੀ ਤੁਹਾਡੇ ਸਿੱਖ ਹੀ ਹੈ, ਤਾਂ ਬਰਾਬਰ ਦਾ ਪਿਆਰ ਰੱਖੋ ਸਭ ਨਾਲ। ਚੌਂ ਦਿਸ਼ ਆਪਣੇ ਸੇਵਕ ਜਨ, ਚਾਰ ਸਵੇਰੇ ਜਿਹੜੇ ਵਸਦੇ ਲੋਕ ਨੇ, ਤੁਸੀਂ ਆਪਣੇ ਸੇਵਕ ਹੀ ਜਾਣਨਾ ਕਰੋ। ਨਹਿ ਵਿਰੋਧ ਕਹਿ ਸੋ ਪਹਿਚਾਨ, ਮਾਤਾ ਜੀ ਏਦਾਂ ਵੀ ਕਹੋ ਗੁਰੂ ਸਾਹਿਬ ਨੂੰ ਵੀ ਉਹਨਾਂ ਨੂੰ ਕਹੋ ਕਿਸੇ ਨਾਲ ਆਪਣਾ ਵੈਰ ਵਿਰੋਧ ਨਾ ਪਹਿਚਾਨਣ, ਵੀ ਤੁਹਾਡਾ ਕੋਈ ਵਿਰੋਧੀ ਨਹੀਂ ਹੈ, ਮਹਾਰਾਜ ਸਾਰੇ ਤੁਹਾਡੇ ਆਪਣੇ ਹੀ ਹਨ। ਸੁਪਟ ਰਾਖਬੇ ਸਹਿਤ ਨਿਗਾਰੇ, ਆ ਜਿਹੜਾ ਤੁਸੀਂ ਸੂਰਮੇ ਰੱਖਣੇ ਆ ਨਾ ਨਗਾਰੇ ਦੇ ਸਮੇਤ, ਏ ਰਾਜਨ ਕੇ ਕਾਜ ਉਦਾਰੇ। ਇਹ ਗੁਰੂ ਸਾਹਿਬ ਨੂੰ ਮਾਤਾ ਜੀ ਜ਼ਰੂਰ ਕਹੋ ਵੀ ਇਹ ਫੌਜਾਂ ਰੱਖਣੀਆਂ, ਇਹ ਨਗਾਰੇ ਵਜਾਉਣੇ ਜਿਹੜੇ ਆਂਦੇ ਤਾਂ ਰਾਜੇ ਲੋਕਾਂ ਦਾ, ਪਾਤਸ਼ਾਹ ਲੋਕਾਂ ਦਾ ਕੰਮ ਹੁੰਦਾ ਹੈ। ਮਾਰਨ ਮਰਨ ਕਸ਼ਟ ਵੱਡ ਪਾਵਨ, ਕਿਉਂਕਿ ਜਿਹੜੇ ਜੰਗ ਯੁੱਧ ਹੁੰਦੇ ਇਹਨਾਂ ਦੇ ਵਿੱਚ ਮਾਰਨਾ ਤੇ ਮਰਨਾ ਬੜੇ ਦੁੱਖ ਪੈਂਦੇ ਹਨ। ਤੁਮ ਕੋ ਉਚਿਤ ਨ ਏਵ ਕਮਾਵਨ, ਨਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਾਤਾ ਜੀ ਸੁਨੇਹਾ ਲਾ ਦਿਓ, ਆਪਣੇ ਨੂੰ ਕਹਿ ਦਿਓ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਇਹ ਗੱਲ ਯੋਗ ਨਹੀਂ ਹੈ, ਇਹ ਗੁਰੂਆਂ ਵਾਸਤੇ ਥੋੜਾ ਫੌਜ ਰੱਖਣੀ, ਇਹ ਨਗਾਰੇ ਵਜਾਉਣੇ, ਇਹ ਤਾਂ ਰਾਜੇ ਲੋਕਾਂ ਦਾ ਕੰਮ ਹੁੰਦਾ ਹੈ। ਇਤਿਆਦਿਕ ਭਖ ਹੋ ਜੇ ਮਾਨਹਿ, ਆਏ ਤੇ ਆਲਕ ਮਾਤਾ ਜੀ ਹੋਰ ਵੀ ਆਪਣੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬਹੁਤੀਆਂ ਗੱਲਾਂ ਕਹੋ, ਜੇ ਮੰਨ ਜਾਣ ਤਾਂ ਚੰਗੀ ਗੱਲ ਹੈ। ਸਭਨ ਬਰਜ ਹੈ ਕਵੈ ਨ ਬਖਾਨੈ, ਸਭਨ ਬਰਜ ਹੋਵੇ ਕੋਈ ਨਾ ਬਖਾਨੈ, ਤੇ ਆਪ ਕਿਰਪਾ ਕਰਕੇ ਸਾਰਿਆਂ ਨੂੰ ਵਰਜ ਦਿਓ। ਜਿਵੇਂ ਤੁਸੀਂ ਕਿਹਾ ਨਾ ਵੀ ਲਾਗੇ ਜਿਹੜੇ ਬੈਠਦੇ ਆ ਵੀ ਜਗ ਦੀ ਗੱਲ ਕੋਈ ਨਾ ਕਰੇ, ਕੋਈ ਮਹਾਰਾਜ ਸਾਹਿਬ ਦੇ ਅੰਦਰ ਲਾਗੇ ਬੰਨੇ ਬੈਠ ਕੇ ਵੀਰਾਸ ਦੀਆਂ ਗੱਲਾਂ ਨਾ ਕਰਿਆ ਕਰੋ, ਪ੍ਰੇਮ ਭਗਤੀ ਦੀਆਂ ਗੱਲਾਂ। ਮਹਾਰਾਜ ਨੂੰ ਕਿਹਾ ਕਰੋ ਸਿਮਰਨ ਕਿਵੇਂ ਕਰਨਾ ਉਹ ਦੱਸੋ, ਨਰਮ ਨਰਮ ਦੀਆਂ ਗੱਲਾਂ ਕਰੋ। ਮਹਾਰਾਜ ਸਾਹਿਬ ਨੂੰ ਪੁੱਛੋ ਵੀ ਉਹੀ ਗੱਲਾਂ ਜਿਨ੍ਹਾਂ ਵਿੱਚ ਜੰਗ ਦਾ, ਸ਼ਸਤਰ ਦਾ, ਫੌਜ ਦਾ ਜ਼ਿਕਰ ਹੀ ਨਾ ਆਵੇ। ਆ ਜਿਹੜੀਆਂ ਬਿਲਕੁਲ ਕਾਇਰਾਂ ਵਾਲੀਆਂ ਗੱਲਾਂ ਹੁੰਦੀਆਂ ਨਾ, ਇਦਾਂ ਦੀਆਂ ਮਸੰਦ ਮਾਤਾ ਜੀ ਨੂੰ ਸਮਝਾ ਲੈ ਵੀ ਮਾਤਾ ਜੀ ਨਾਲ ਦੇ ਜਿਹੜੇ ਨਿਤ ਰਹਿਣ ਵਾਲੇ ਨੇ ਉਹਨਾਂ ਨੂੰ ਸਮਝਾ ਦਿਓ ਵੀ ਗੁਰੂ ਲਾਗੇ ਕੋਈ ਜੰਗ ਯੁੱਧ ਦੀ ਗੱਲ ਨਾ ਆਪ ਕਰੋ, ਤੇ ਨਾ ਮਹਾਰਾਜ ਸਾਹਿਬ ਕੋਲੋਂ ਪੁੱਛੋ, ਆ ਨਰਮ ਨਰਮ ਦੀਆਂ ਗੱਲਾਂ ਕਰੀ ਜਾਵੋ। ਹਸਮ ਸਲਤ ਕਰ ਮਾਤ ਸਿਖਾਈ, ਇਸ ਤਰ੍ਹਾਂ ਸਲਾਹ ਕਰਕੇ ਇਹਨਾਂ ਮਾਤਾ ਜੀ ਨੂੰ ਸਿਖਾ ਦਿੱਤਾ, ਪੜ੍ਹਾ ਦਿੱਤਾ। ਮਸੰਦਾਂ ਨੇ ਇਹਨਾਂ ਨੂੰ ਆਪਣਾ ਫਿਕਰ ਪਿਆ ਸੀ ਕੁਕੜਾਂ ਦਾ। ਮਸਤਕ ਟੇਕ ਉਠੇ ਸਮੁਦਾਇ, ਇਹ ਸਾਰੇ ਮੱਥਾ ਟੇਕ ਕੇ ਨਾ ਚਲੇ ਗਏ ਮਾਤਾ ਜੀ ਨੂੰ। ਜੋ ਜਿਸ ਮਿਲੈ ਸਮੀਪੀ ਗੁਰ ਕੋ, ਹਾਂ ਜਿਹੜਾ ਫਿਰ ਇਹਨਾਂ ਮਸੰਦਾਂ ਨੂੰ ਰਾਹ ਵਿੱਚ ਗੁਰੂ ਸਾਹਿਬ ਦੇ ਕੋਲ ਰਹਿਣ ਵਾਲਾ ਸਿੱਖ ਵੀ ਮਿਲ ਪੈਂਦਾ ਨਾ ਕਲਾਕਾਰਾ, ਕਰੇ ਸਿਕਾਵਨ ਅੱਛ ਉਰ ਕੋ। ਆਪਣੇ ਉਰ ਦਾ ਜਿਹੜਾ ਆਸ਼ਾ ਹੈ ਨਾ, ਜਿਹੜੀ ਇਹਨਾਂ ਦੇ ਦਿਲ ਦੀ ਕਮਜ਼ੋਰੀ ਹੈ, ਗੁਰੂ ਸਾਹਿਬ ਨੂੰ ਨਾ ਸਦਾ ਕਹਿਣ ਦੀ ਜ਼ਰੂਰਤ ਨਹੀਂ। ਮਸੰਦਾਂ ਡਰਦੇ ਆ ਮਹਾਰਾਜ ਤੋਂ, ਪਰ ਜਿਹੜੇ ਲਾਗੇ ਸਿੱਖ ਰਹਿੰਦੇ ਉਹਨਾਂ ਨੂੰ ਆਪ ਵੀ ਸਿਖਾਉਂਦੇ ਨੇ, ਉਹਨਾਂ ਨੂੰ ਆਪ ਵੀ ਆਪਣੇ ਵੱਲੋਂ ਆਪਣੇ ਦਿਲ ਦੀ ਇੱਛਾ ਦੱਸਦੇ ਨੇ ਵੀ ਗੁਰੂ ਨੂੰ ਸਮਝਾਇਆ ਕਰੋ। ਮਹਾਰਾਜ ਨੂੰ ਲਾਗੇ ਰਹਿੰਦੇ ਹੋ ਤਾਂ ਮਹਾਰਾਜ ਨਗਾਰੇ ਵਜਾਉਣਾ ਇਹ ਕੰਮ ਹੀ ਸਾਡਾ। ਨਿਜ ਭਰਾਤਾ ਗੁਜਰੀ ਬੁਲਵਾਇਓ, ਇਸ ਤਰ੍ਹਾਂ ਮਸੰਦ ਆਪਣਾ ਜੋ ਉਧਰ ਬਾਹਰ ਵੀ ਲਾਈ ਜਾਂਦੇ ਨੇ। ਮਾਤਾ ਗੁਜਰੀ ਜੀ ਨੇ ਸੁਣ ਕੇ ਦੇ ਉਸੇ ਨੇ ਆਪਣੇ ਭਰਾ ਕਿਰਪਾਲ ਚੰਦ ਨੂੰ ਸੱਦਿਆ ਕੋਲ। ਕਰੋ ਹਟਾਵਨ ਸਭ ਸਮਝਾਇਓ, ਆ ਜਿਹੜੀ ਗੱਲ ਮਸੰਦਾਂ ਨੇ ਇਹਨਾਂ ਨੂੰ ਕਹੀ ਸੀ, ਜਿਵੇਂ ਚੁੱਕਣਾ ਦਿੱਤੀ ਆ, ਉਹ ਸਾਰੀ ਗੱਲ ਕਿਰਪਾਲ ਚੰਦ ਜੀ ਨੂੰ ਕਹਿ ਕੇ ਸਮਝਾਇਆ ਵੀ ਇਹ ਕਹਿੰਦੇ ਵੀ ਨਗਾਰਾ ਵਜਾ ਰਹੇ ਨੇ ਗੁਰੂ ਸਾਹਿਬ ਤੁਹਾਡੇ ਭਾਣਜੇ। ਤੇ ਬਾਬਾ ਜੀ ਕਹਿੰਦੇ ਹਾਂ ਬਿਲਕੁਲ ਨਗਾਰਾ ਤਿਆਰ ਹੋ ਚੱਲਿਆ, ਉਹਦਾ ਵੱਜਣਾ ਹੀ ਹੈ। ਤਾਂ ਮਾਤਾ ਜੀ ਕਹਿੰਦੇ ਨਾ ਭਰਾਤਾ ਜੀ, ਗੁਰੂ ਸਾਹਿਬ ਨੂੰ ਕਹੋ ਸਮਝਾਓ ਹਟਾਓ ਵੀ ਨਗਾਰਾ ਨਾ ਵਜਾਉਣਾ। ਸੁਸਾ ਸੰਗ ਤਿਨ ਭਾਖ ਸੁਨਾਈ, ਸੁਸਾ ਸੰਗ ਤਿਨ ਭਾਖ ਸੁਨਾਈ। ਜਦੋਂ ਕਿਰਪਾਲ ਚੰਦ ਜੀ ਨੂੰ ਮਾਤਾ ਗੁਜਰੀ ਜੀ ਨੇ ਕਿਹਾ ਤਾਂ ਉਹ
ਆਪਣੀ ਭੈਣ ਨੂੰ ਸੁਣ ਕੇ ਕਹਿਣ ਲੱਗੇ ਹਟਹਿ ਗੁਰੂ ਕੋ ਸਕਹਿ ਹਟਾਈ। ਉਹ ਤਾਂ ਬਿਲਕੁਲ ਕਿਉਂਕਿ ਆਪ ਹੀ ਯੋਧੇ ਸਨ। ਜਿਹੜਾ ਯੋਧਾ ਹੋਵੇ ਸੂਰਮਾ ਹੋਵੇ ਉਹ ਸੂਰਮੇ ਵਾਲੀ ਗੱਲ ਕਰਦਾ। ਕਿਰਪਾਲ ਚੰਦ ਜੀ ਕਹਿਣ ਲੱਗੇ ਭੈਣ ਜੀ ਠਟੇ ਗੁਰੂ ਕੋ ਸਕਹਿ ਹਟਾਈ ਵੀ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਕਰਨੀ ਚਾਹਣ ਇਹੋ ਜਿਹਾ ਕਿਹੜਾ ਜੰਮਿਆ ਵੀ ਮਹਾਰਾਜ ਸਾਹਿਬ ਨੂੰ ਹਟਾ ਦੇਵੇ ਰੋਕ ਦੇਵੇ ਵੀ ਮਹਾਰਾਜ ਏਦਾਂ ਨਾ ਕਰੋ। ਆਸ਼ੈ ਸੁਨਹਿ ਤਿਨਹੁ ਕੇ ਜਬੈ। ਅਸੀਂ ਤਾਂ ਸਗੋਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਸ਼ਾ ਸੁਣਦੇ ਆ ਨਾ ਵੀ ਜੋ ਸਤਿਗੁਰੂ ਕਰਨਾ ਚਾਹੁੰਦੇ ਹਨ ਜਾਂ ਸਾਨੂੰ ਕਹਿੰਦੇ ਹਨ ਸਨਮਾਨਤ ਬੋਲਤ ਤਿਮ ਸਭੈ। ਅਸੀਂ ਤਾਂ ਮਹਾਰਾਜ ਦਾ ਭਜਨ ਸਤ ਭਜਨ ਕਹਿ ਕੇ ਸਨਮਾਨ ਕੇ ਉਸੇ ਤਰ੍ਹਾਂ ਹੀ ਕਰਦੇ ਤੇ ਮੰਨਦੇ ਆ। ਮਹਾਰਾਜ ਨੂੰ ਸਾਰੀ ਬੋਲਦੇ ਹਾਂ। ਸਭ ਕੋ ਸੀਖ ਦੇਤ ਹੈ ਸੋਈ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਨੂੰ ਸਿੱਖਿਆ ਦਿੰਦੇ ਹਨ। ਕਹਿ ਨ ਸਕੈ ਢਿੱਗ ਵਿਪਰੈ ਕੋਈ। ਆਖਦੇ ਭੈਣ ਜੀ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾ ਕੇ ਕੋਈ ਕਿਵੇਂ ਉਹਨਾਂ ਨੂੰ ਉਲਟ ਕਹਿ ਸਕਦਾ ਸੀ ਨਾ ਸਿੱਖ ਹੈ ਉਹਨਾਂ ਦੇ। ਤੇ ਸਿੱਖ ਕੀ ਹੋਇਆ ਵੀ ਸਲਾਮ ਜਵਾਬ ਦੋਵੇਂ ਕਰੇ। ਉਹ ਜਿਹੜਾ ਸਲਾਮ ਨਮਸਕਾਰ ਵੀ ਕਰੇ ਵੀ ਮਹਾਰਾਜ ਅਸੀਂ ਤੁਹਾਡੇ ਹੀ ਆ ਫਿਰ ਅੱਗੋਂ ਸਵਾਲ ਜਵਾਬ ਵੀ ਕਰੀ ਜਾਵੇ ਵੀ ਇਦਾਂ ਨਹੀਂ ਤੁਹਾਨੂੰ ਕਰਨਾ ਚਾਹੀਦਾ ਮੁੰਡਾ ਪੁੱਛਾ ਜਾਏ ਉਹ ਤਾਂ ਬਸ ਮੁੱਢੋਂ ਹੀ ਫਿਰ ਕਹਿੰਦੇ ਖਵਾਰ ਹੋਊਗਾ। ਇਹ ਸਾਡੀ ਨਹੀਂ ਜ਼ਰੂਰਤ। ਅਸੀਂ ਨਾ ਬੋਲਦਾ ਬਚਨ ਮੰਨਦੇ ਆ ਜਿਵੇਂ ਗੁਰੂ ਕਹਿਣ ਹੋਵੇ ਹੋਵੇਗਾ। ਜੇਕਰ ਤੁਮ ਤੇ ਵਰਜਿਓ ਜਾਏ। ਕਿਰਪਾਲ ਚੰਦ ਜੀ ਦਾ ਸਦਾ ਹੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਹੱਕ 'ਚ ਖੜ ਗਏ। ਮਾਤਾ ਜੀ ਅਸੀਂ ਤੇ ਨਹੀਂ ਕਹਿਣਾ ਜੇ ਤੁਹਾਡੇ ਕੋਲ ਕੁਝ ਕਿਹਾ ਜਾਂਦਾ ਰੋਕਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੋ ਕਹੀਐ ਨੀਕੇ ਸਮਝਾਏ। ਤੁਹਾਡੇ ਸਾਹਿਬਜ਼ਾਦੇ ਆ ਤੁਹਾਡੇ ਪੁੱਤਰ ਆ ਤੁਸੀਂ ਚੰਗੀ ਤਰ੍ਹਾਂ ਸਮਝਾ ਕੇ ਕਹਿ ਕੇ ਵੇਖ ਲਓ ਜੇ ਤੁਹਾਡੇ ਕੋਲ ਰੋਗ ਹੁੰਦਾ ਤੁਸੀਂ ਰੋਕ ਲਓ ਅਸੀਂ ਤਾਂ ਨਹੀਂ ਕੁਝ ਕਹਿ ਸਕਦੇ। ਕਿਰਪਾਲ ਚੰਦ ਜੀ ਨੇ ਤਾਂ ਖਰਾ ਜਵਾਬ ਦੇ ਦਿੱਤਾ ਵੀ ਅਸੀਂ ਨਹੀਂ ਕਹਿਣਾ ਮਹਾਰਾਜ ਨੂੰ ਵੀ ਨਗਾਰਾ ਨਾ ਵਜਾਓ। ਅਪਰ ਬਿਖੈ ਕਿਆ ਸ਼ਕਤ ਸੁਨਾਵਨ। ਮਾਤਾ ਜੀ ਹੋਰ ਕਿਸੇ ਵਿੱਚ ਭੈਣ ਜੀ ਕਿੱਥੇ ਕੋਈ ਸ਼ਕਤੀ ਹੈ ਵੀ ਗੁਰੂ ਸਾਹਿਬ ਨੂੰ ਕੁਝ ਕਹਿ ਸਕਣ। ਜੇ ਕੋ ਕਹੈ ਬਹੁਰ ਪਛਤਾਵਨ। ਜੇ ਕੋਈ ਕਵੇਗਾ ਵੀ ਨਾ ਤਾਂ ਉਹਨੂੰ ਬਾਅਦ ਪਛਤਾਉਣਾ ਹੀ ਪਵੇਗਾ ਵੀ ਮੈਂ ਕਾਹਤੋਂ ਗੁਰੂ ਸਾਹਿਬ ਅੱਗੇ ਸਵਾਲ ਜਵਾਬ ਕੀਤੇ। ਇਹ ਗੁਰੂ ਕਲਗੀਧਰ ਸਾਹਿਬ ਨੇ ਨਗਾਰਾ ਵਜਾਉਣ ਦਾ ਹੁਕਮ ਕੀਤਾ ਤੇ ਮਸੰਦ ਜਿਹੜੇ ਨੇ ਇਹਨਾਂ ਨੂੰ ਆਪਣਾ ਫਿਕਰ ਪੈ ਗਿਆ। ਮਾਤਾ ਜੀ ਨੂੰ ਵੀ ਆ ਕੇ ਚੁੱਕਣਾ ਦਿੱਤੀ ਬਸੇਰੀ ਤੇ ਵੀ ਉਹਨਾਂ ਨੂੰ ਕਹਿ ਕਹਾ ਕੇ ਵੀ ਨਗਾਰਾ ਨਾ ਵੱਜੇ। ਪਰ ਜੇ ਨਗਾਰਾ ਸਾਹਿਬ ਸੰਗਤ ਵੱਜਦਾ ਹੀ ਨਾ ਆ ਦਰਬਾਰ ਏਦਾਂ ਹੀ ਹੋਣੇ ਸੀ ਕਦੇ। ਜੇ ਗੁਰੂ ਕਲਗੀਧਰ ਦਾ ਨਗਾਰਾ ਉਹ ਮਸੰਦਾਂ ਦੇ ਆਸ਼ੇ ਮੁਤਾਬਕ ਨਾ ਵੱਜਦਾ ਜਿਵੇਂ ਮਸੰਦ ਚਾਹੁੰਦੇ ਸਨ ਤੇ ਖਾਲਸਾ ਪੰਥ ਕਦੇ ਏਦਾਂ ਹੀ ਹੁੰਦਾ। ਇਹ ਨਗਾਰਿਆਂ ਦੀ ਨਿਸ਼ਾਨਾ ਨਹੀਂ ਧੌਂਸਿਆਂ ਦੀ ਦੇਣ ਹੈ। ਤੇ ਤੁਹਾਡਾ ਨਿਆਰਾਪਨ ਜਿਹੜਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੁਰਤ ਭਰੀ ਹੈ ਤੇ ਜੁਰਤ ਰੱਖਿਆ ਕਰੋ। ਜਿਹੜਾ ਮਈ ਜੀ ਕਰਨਾ ਖਾਲਸੇ ਦਾ ਜੀਵਨ ਨਹੀਂ। ਜਿਹੜਾ ਕਹਿਣਾ ਨਾ ਵੀ ਸਮਾਂ ਲਗਾਓ ਜੀ ਸਮਾਂ ਵੇਖੋ ਇਹ ਨਹੀਂ ਖਾਲਸੇ ਦਾ ਜੀਵਨ। ਖਾਲਸਾ ਸਮੇਂ ਨੂੰ ਬਦਲਦਾ ਸਮੇਂ ਦੇ ਅਨੁਸਾਰ ਨਹੀਂ ਚੱਲਦਾ। ਜਿਹੜੇ ਮਰਦ ਹੁੰਦੇ ਨੇ ਉਹ ਵਹਾਅ ਦੇ ਉਲਟ ਚੱਲਦੇ ਵਹਾਅ ਦੇ ਅਨੁਸਾਰ ਨਹੀਂ ਚੱਲਦੇ। ਗੁਰੂ ਕਾ ਖਾਲਸਾ ਆਪਣਾ ਸਮਾਂ ਬਣਾਉਂਦਾ ਹੈ। ਕਦੀ ਸਮਾਂ ਵੇਖ ਕੇ ਥੋੜਾ ਖਾਲਸਾ ਬਾਹਰ ਨਿਕਲਦਾ। ਜਦੋਂ ਖਾਲਸਾ ਗੁਰੂ ਕਾ ਗੁਰੂ ਕਲਗੀਧਰ ਦਾ ਉਹ ਆਸਰਾ ਲੈ ਕੇ ਜਕਾਰੇ ਬੁਲਾਉਂਦਾ ਉਹ ਸਮਾਂ ਉਹ ਖਾਲਸੇ ਦਾ ਹੀ ਹੁੰਦਾ ਹੈ। ਕਦੀ ਉਡੀਕ ਨਾ ਕਰਿਆ ਕਰੋ ਵੀ ਸਮਾਂ ਆ ਲੈਣ ਦਿਓ। ਸਮਾਂ ਲਿਆਉਣਾ ਪੈਂਦਾ ਸਮਾਂ ਹੁੰਦਾ ਨਹੀਂ ਹੁੰਦਾ ਕਦੀ ਵੀ। ਇਹ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਜੁਰਤ ਭਰੀ ਹੈ ਜੁਰਤ ਸਾਡੇ 'ਚ ਕਾਇਮ ਰਹੇ। ਇਹ ਨਗਾਰੇ ਧੌਂਸੇ ਵੱਜਦੇ ਰਹਿਣ ਗੁਰੂ ਦੇ ਝੰਡੇ ਮੁਕੇ ਤਾਂ ਜੁਗੋ ਜੁਗ ਅਟਲ ਰਹਿਣ। ਇਹਦੇ ਵਾਸਤੇ ਤਿਆਰ ਵੀ ਰਹਿਣਾ ਹੈ। ਸ਼ਸਤਰਧਾਰੀ ਜੀਵਨ ਹੀ ਖਾਲਸੇ ਦਾ ਸਿੱਖ ਦਾ ਜੀਵਨ ਹੈ। ਜਿਹੜਾ ਸਿੱਖ ਹੋ ਕੇ ਸ਼ਸਤਰ ਵੀ ਗ੍ਰਹਿਣ ਕਰਦਾ ਉਹ ਸਾਧ ਸੰਗਤ ਦੇਵੇਂ ਖੋਤੇ ਦੇ ਸ਼ੇਰ ਦੀ ਖਲ ਪਾਈ ਹੈ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਗੁਰੂ ਦੇ ਹਾਲ ਦੀ ਵਿਚਾਰ ਕਰਦਿਆਂ ਹੋਈਆਂ ਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਜੇਕਰ ਤੁਮ ਤੇ ਵਰਜਿਓ ਜਾਏ ਤੋ ਕਹੀਐ ਨੀਕੇ ਸਮਝਾਏ। ਅਪਰ ਬਿਖੈ ਕਿਆ ਸ਼ਕਤ ਸੁਨਾਵਨ। ਜੇ ਕੋ ਕਹੈ ਬਹੁਰ ਪਛਤਾਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।